ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵੇਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਆ ਜਾਈਦਾ। ਕੋਸ਼ਿਸ਼ ਇਹ ਹੁੰਦੀ ਆ ਵੀ ਨਾਲੇ ਖਬਰਾਂ ਹੋ ਗਈਆਂ ਤੇ ਨਾਲੇ ਗੱਲਾਂ ਬਾਤਾਂ ਹੋ ਗਈਆਂ। ਕੱਲ੍ਹ ਦਾ ਬਹੁਤ ਰੌਲਾ ਰੱਪਾ ਚੰਗਾ ਪਾਇਆ ਜੀ, ਕਿਉਂਕਿ ਸਿੱਧੂ ਸਾਹਿਬ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹਦੇ ਤੋਂ ਬਾਅਦ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਤੇ ਕਹਿੰਦੇ ਵੀ ਉਹ ਜਿਹੜੀਆਂ ਗੱਲਾਂ ਬਾਤਾਂ ਉਹ ਤਾਂ ਦਿੱਲੀ ਤੱਕ ਜਾ ਕੇ ਖੜਕੀਆਂ। ਉਹਨਾਂ ਨਾਲ ਕੀ ਕੁਛ ਬਦਲਿਆ ਤੇ ਕੀ ਕੁਛ ਅਸਰਿਆ, ਵੱਡੇਵਾਲ ਸਾਹਿਬ ਦੀ ਪੁੱਛਗਿੱਛ ਦੇ ਵਿੱਚ ਜਿਹੜਾ ਇੱਕ ਸ਼ਖਸ ਸੀਗਾ ਉਹਦਾ ਕਰਕੇ ਵੀ ਰੌਲਾ ਸਮਝਦੇ ਹਾਂ ਸਾਰਾ ਕੁਛ। ਨਾਲ ਆਪਣੇ ਪਰਮਵੀਰ ਬਾਠੂਰੀਆਂ। ਕੀ ਹਾਲ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਠੀਕ ਠਾਕ, ਆਪਣਾ ਸੁਣਾਓ। ਜਿਵੇਂ ਸਿਟ ਡਾਊਨ, ਹਾਂ ਸਿਟ ਡਾਊਨ ਤਾਂ ਹੈਗੀ ਆ ਜੀ, ਬੈਠੇ ਆ ਤੁਹਾਡੇ ਨਾਲ ਬਸ। ਨਹੀਂ ਸਿਟ ਡਾਊਨ ਬਹਿ ਜਾ ਪੂਰੀ ਆ। ਅੱਛਾ ਗੱਲ ਇਹ ਆ ਬਾਠ ਸਾਹਿਬ ਵੀ ਇੱਕ ਗੱਲ ਨਹੀਂ ਮੈਨੂੰ ਸਮਝ ਆਈ ਕਿ ਵੀ ਜਦੋਂ ਇੱਕ ਖਬਰ ਆਉਂਦੀ ਆ ਤਾਂ ਐਂ ਲੱਗਦਾ ਹੈ ਕਿ ਵੀ ਹੁਣ ਇਹ ਚੱਲੂ। ਪਹਿਲਾਂ ਜਦੋਂ ਇਲੈਕਸ਼ਨਾਂ ਦੂਰ ਹੁੰਦੀਆਂ ਉਦੋਂ 2-4 ਦਿਨ ਚਲਾ ਵੀ ਲੈਂਦੇ ਪੋਲੀਟੀਕਲ ਲੋਕ, ਪਰ ਹੁਣ ਇੱਦਾਂ ਹੋ ਗਿਆ ਵੀ ਇੱਕ ਖਬਰ ਆਉਂਦੀ ਹੈ 2 ਘੰਟੇ ਬਾਅਦ ਦੂਜੀ ਆਉਂਦੀ ਹੈ, ਉਹਨੂੰ 2 ਘੰਟੇ ਬਾਅਦ ਤੀਜੀ ਆਉਂਦੀ, ਅਗਲਾ ਦਿਨ ਚੜ੍ਹਨ ਤੱਕ ਉਹਦੀ ਸਭ ਤੋਂ ਪਹਿਲੀ ਖਬਰ ਹੁੰਦੀ, ਉਹਦੀ ਕੋਈ ਰੈਲੇਵੈਂਸ ਰਹਿ ਨਹੀਂ ਜਾਂਦੀ। ਇਹ ਐਤਕੀ ਤਾਂ ਵਿਧਾਨ ਸਭਾ ਦੀਆਂ ਚੋਣਾਂ 'ਚ ਬਹੁਤਾ ਕਰਕੇ ਇਹੀ ਹੋਣਾ। ਉਹਦਾ ਇੱਕ ਕਾਰਨ ਆ, ਉਹਦਾ ਕਾਰਨ ਇਹ ਆ ਕਿ ਜਿਹੜੀ ਲੀਡਰਸ਼ਿਪ ਆ ਨਾ ਉਹਨੂੰ ਲੱਗਦਾ ਕਿ ਕੰਮ ਚੱਲਣਾ ਪਿਛਲੇ ਹਿਸਾਬ ਨਾਲ, ਜਦ ਕਿ ਪਿਛਲੇ ਹਿਸਾਬ ਨਾਲ ਚੱਲਣਾ ਨਹੀਂ। ਹੁਣ ਤੁਸੀਂ ਦੇਖੋ ਕਿ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਦੌੜ ਕੀ ਹੁੰਦੀ ਸੀ, ਜਾਣੀ ਕਿ ਚੋਣ ਤੋਂ 5-6 ਮਹੀਨੇ ਪਹਿਲਾਂ ਹੋ ਸਕਦਾ ਕਿਸੇ ਨੂੰ ਲੱਗੇ ਕਿ ਭਾਈ ਬਹੁਤਾ ਆਸਬੰਦ ਬੰਦਾ, ਪਰ ਇੱਦਾਂ ਨਹੀਂ। ਚਰਚਾ ਇਹ ਹੁੰਦੀ ਸੀ ਕਿ ਭਾਈ ਆਪ ਇਲੈਕਸ਼ਨ ਕਿੱਥੋਂ ਲੜਨੀ ਹੈ, ਪੁੱਤ ਨੂੰ ਕਿੱਥੋਂ ਲੜਾਉਣੀ ਹੈ, ਘਰ ਵਾਲੀ ਨੂੰ ਕਿੱਥੋਂ ਲੜਾਉਣੀ ਹੈ, ਰਿਸ਼ਤੇਦਾਰਾਂ ਨੂੰ ਟਿਕਟਾਂ ਕਿੱਥੋਂ ਦਿਵਾਉਣੀਆਂ। ਐਤਕੀ ਇੱਦਾਂ ਨਹੀਂ ਹੈ। ਐਤਕੀ ਹੈ ਕਿ ਆਪਣੀਆਂ ਸੀਟਾਂ ਬਚਾਉਣ ਦੇ ਲਈ ਉਹ ਸਾਰਾ ਨਜ਼ਲਾ ਜਿਹੜਾ ਝੜਨਾ ਕਿਹਦੇ ਚੜਾਉਣਾ। ਜੇ ਕੰਮ ਨਹੀਂ ਹੋਏ ਤਾਂ ਲੋਕਾਂ ਨੂੰ ਜਾ ਕੇ ਜਵਾਬ ਕੀ ਦੇਣੇ ਆ। ਜਾਣੀ ਕਿ ਪੰਜਾਬ ਦੇ ਕਿਸੇ ਪਿੰਡ 'ਚ ਸਰਕਾਰੀ ਲੋਕਾਂ ਨੇ, ਜਿਹੜੇ ਸੱਤਾਧਾਰੀ ਨੇ, ਉਹਨਾਂ ਨੇ ਪੰਜਾਬ ਦੇ ਪਿੰਡ 'ਚ ਜਵਾਬ ਦੇਣੇ ਆ ਤੇ ਉਹਦੇ ਲਈ ਜਾ ਕੇ ਗੁੱਥਮ ਗੁੱਥੀ ਦਿੱਲੀ ਹੋਈ ਜਾਂਦੇ ਆ। ਉਹ ਭਾਈ ਤੁਸੀਂ ਦੱਸੋ ਸਹੀ ਜਵਾਬ ਕੀ ਦੇਣੇ। ਜਵਾਬ ਤਾਂ ਦੇਣੇ ਪੈਣੇ ਨਾ ਕਿ ਲੋਕਾਂ ਨੇ ਸਵਾਲ ਪੁੱਛਣੇ ਆ। ਦੂਸਰਾ, ਜਿਹੜੇ ਵਿਰੋਧੀ ਧਿਰ ਦੇ ਵਿੱਚ ਨੇ, ਪਤਾ ਉਹਨਾਂ ਨੂੰ ਵੀ ਹੈਗਾ ਕਿ ਕੰਮ ਸਾਡੇ ਤੋਂ ਵੀ ਪੂਰਾ ਚੰਗੀ ਤਰ੍ਹਾਂ ਨਹੀਂ ਹੋਇਆ। ਲੋਕ ਜਿਹੜੀਆਂ ਆਸਾਂ ਰੱਖਦੇ ਸੀ ਖਰੇ ਅਸੇ ਵੀ ਨਹੀਂ ਉਤਰੇ, ਇਸੇ ਕਰਕੇ ਉਹ ਵੀ ਇੱਧਰ ਉੱਧਰ ਭੱਜੇ ਫਿਰਦੇ, ਯਾਰ ਗੱਠਜੋੜ ਕਰ ਲਈਏ, ਉਹ ਯਾਰ ਆਹ ਬੰਦਾ ਲੈ ਆਈਏ, ਉਹ ਯਾਰ ਉਧਰਲੇ ਪਾਸੇ ਆਹ 4 ਬੰਦੇ ਪੱਟ ਕੇ ਲੈ ਆਈਏ। ਸੋ ਕੁੱਲ ਮਿਲਾ ਕੇ ਜਿਹੜੀਆਂ ਗੱਲਾਂ ਬਾਤਾਂ ਤੇ ਚਰਚਾਵਾਂ ਲੀਡਰਸ਼ਿਪ ਨੂੰ ਲੱਗਦਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਚਲਾ ਲੈਣੀਆਂ, ਓਏ SYL ਓਏ ਹਰਿਆਣਾ ਲੈ ਗਿਆ ਪਾਣੀ, ਉਹ ਪੰਜਾਬੀ ਵਾਲੇ ਇਲਾਕੇ ਓਏ ਚੰਡੀਗੜ੍ਹ ਓਏ ਜਾਤ ਆਧਾਰਿਤ ਲੜਾਈ ਧਰਮਾਂ ਤੇ ਲੜਾ ਦਈਏ। ਐਤਕੀ ਉਹ ਸਾਰਾ ਕੋਈ ਸੂਤ ਨਹੀਂ ਆਉਣਾ। ਲੀਡਰ ਉਹ ਗੱਲਾਂ ਗਾਂਹ ਲਿਆਉਂਦੇ ਆ, ਲੋਕ ਪਛਾਣ ਤੱਕ ਦਿੰਦੇ ਆ ਬਸ। ਸੋ ਜਿਹੜਾ ਪੇਚਾ ਪਿਆ ਇਹਦਾ ਕਰਕੇ ਹੁਣ ਦੇਖੋ ਕਿ ਜੇ ਆਪਾਂ ਕੱਲ੍ਹ ਦੇ ਦਿਨ ਦੀ ਗੱਲ ਕਰ ਲਈ, ਜਦੋਂ ਅਜੇ ਮਤਲਬ ਕੈਪਟਨ ਸਾਹਿਬ ਨੇ ਜਾਣਾ ਸੀ, ਉਹਨਾਂ ਦੇ ਜਾਣ ਦੀ ਚਰਚਾ ਚੱਲਦੀ, ਉਹ ਦਿੱਲੀ ਨੂੰ ਚੜ੍ਹ ਗਏ ਨੇ। ਇੱਧਰ ਸਿੱਧੂ ਸਾਹਿਬ ਨੇ ਪਟਾ ਜਿਹੜਾ ਉਹ ਮੀਡੀਆ ਵਾਲੇ ਪਾਸੇ ਚਾੜ ਲਿਆ। ਉਹ ਜਿਵੇਂ ਉਹ ਦਿੱਲੀ ਨੂੰ ਤੁਰੇ ਗਏ ਤਿਵੇਂ ਇੱਧਰ ਖਬਰਾਂ ਵਾਲਾ ਕੰਮ ਚੱਲੀ ਪਿਆ ਵੀ ਇੱਧਰ ਆਹ ਵੀ ਹੋ ਗਿਆ, ਉਹ ਵੀ ਹੋ ਗਿਆ, ਉਹ ਇੱਧਰ ਮੋਰਚਾ ਖੋਲ੍ਹਤਾ, ਉੱਧਰ ਮੋਰਚਾ ਖੋਲ੍ਹਤਾ। ਅਤੇ ਦਿੱਲੀ ਜਾ ਕੇ ਜਿਹੜੀ ਚੀਜ਼ ਆਸ ਉਮੀਦ ਕੀਤੀ ਜਾਂਦੀ ਸੀ ਵੀ ਕੈਪਟਨ ਸਾਹਿਬ ਆਪ ਗਏ ਨੇ, ਨਾਲ ਦੇ ਬੰਦੇ ਗਏ ਨੇ, ਕੁਛ ਨਾ ਕੁਛ ਤੇ ਭਾਈ ਸਾਹਿਬ ਹੱਕ 'ਚ ਆਊਗੀ ਆਵਾਜ਼। ਪਰ ਹੁਣ ਜੋ ਕਨਸੋਆਂ ਨੇ, ਖਬਰਾਂ ਨੇ, ਉਹ ਇਹ ਕਹਿੰਦੇ ਆ ਕਿ ਉੱਥੇ ਭਾਈ ਸਾਹਿਬ ਸਾਰੇ ਕਾਗਜ਼ ਵਾਲਿਆਂ ਨੇ ਰਖਾ ਲਏ ਅਤੇ ਰਾਹੁਲ ਗਾਂਧੀ ਸਾਹਿਬ ਕਹਿੰਦੇ ਵੀ ਕੋਈ ਗੱਲ ਬਾਤ ਨਹੀਂ, ਹਮ ਖੁਦ ਦੇਖेंगे। ਸੰਧਾਵਾਲੀਆ ਸਾਹਿਬ, ਮੈਨੂੰ ਲੱਗਦਾ ਕਿ ਨਾ ਨਵਜੋਤ ਸਿੰਘ ਸਿੱਧੂ ਇੰਨਾ ਕਸੂਤਾ ਫਸਿਆ ਤੇ ਨਾ ਕੈਪਟਨ ਅਮਰਿੰਦਰ ਸਿੰਘ। ਸਾਰਿਆਂ ਤੋਂ ਵੱਧ ਕਸੂਤੀ ਹਾਈ ਕਮਾਂਡ ਫਸ ਗਈ ਕਾਂਗਰਸ ਦੀ। ਜੇ ਘਰ ਦੇ ਵਿੱਚ ਕਿਸੇ ਨੂੰ ਕੰਮ ਕਹੀਏ ਨਾ ਕਿ ਲਿਆ ਬੇੜਾ ਵੱਟ, ਤੁਸੀਂ ਬੇੜਾ ਚੰਗੇ ਤਰੀਕੇ ਨਾਲ ਵੱਟੋ, ਤੁਹਾਨੂੰ ਵੱਟ ਨਾ ਦੇਣਾ ਹੋਵੇ, ਜਾਂ ਦੂਜੇ ਪਾਸੇ ਪਰਾਲੀ ਨਾ ਲਾਉਣੀ ਆਵੇ, ਕਿਸੇ ਨੂੰ ਗਿੱਲੀ ਕੀਤੀ, ਤਾਂ ਉਸ ਲਈ ਜਿਹੜਾ ਘਰ ਦਾ ਮੁਖੀ ਹੁੰਦਾ ਕਹਿੰਦਾ ਪਰੇ ਹਟ ਯਾਰ, ਮੈਂ ਤੈਨੂੰ ਕਰਕੇ ਦਿਖਾ ਦਿੰਦਾ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤਾਂ ਇਹ ਵੀ ਨਹੀਂ ਕਹਿ ਸਕਦੀ ਯਾਰ ਤੁਹਾਡੇ ਦੋਨਾਂ ਦੇ ਕੰਮ ਨਹੀਂ ਚੱਲਣਾ, ਚਲੋ ਅਸੀਂ ਅੱਗੇ ਹੁੰਨੇ ਆ, ਕਿਉਂਕਿ ਜਿੱਥੇ ਜਿੱਥੇ ਅੱਗੇ ਹੋਏ ਉੱਥੇ ਕਾਂਗਰਸ ਪਿੱਛੇ ਹੋ ਗਈ ਹੈ। ਨਹੀਂ ਹੁਣ ਉਹਨਾਂ ਕਿਹਾ ਤਾਂ ਹੈਗਾ ਵੀ ਰਾਹੁਲ ਗਾਂਧੀ ਸਾਹਿਬ ਨੇ ਕਮਾਨ ਸੰਭਾਲ ਲਈ, ਇਹਦਾ ਮਤਲਬ ਪੰਜਾਬ ਦੇ ਕਈ ਹਲਕਿਆਂ ਦੇ ਵਿੱਚ ਕਾਂਗਰਸ ਦੇ ਨਹੀਂ ਮੈਂ ਕਹਿੰਦਾ, ਦੂਜੇ ਜਿਹੜੇ ਵਿਰੋਧੀ ਨੇ ਉਹ ਰਾਤ ਦੇ ਖੁਸ਼ ਹੋਣੇ, ਕਹਿੰਦਾ ਲਾ ਫਿਰ ਇੱਕ ਨਾ ਪਾਤ ਸੀ ਥੋੜਾ ਹੋਇਆ ਕੰਮ ਸੂਤਰ ਹੈ, ਕਹਿੰਦੇ ਰਾਹੁਲ ਗਾਂਧੀ ਹੋਰਾਂ ਨੇ ਆ ਜਾਣਾ। ਚਰਚਾ ਕੀ ਕਹਿੰਦੇ ਤੁਹਾਨੂੰ ਪਤਾ ਨਹੀਂ, ਜਿੱਥੇ ਜਿੱਥੇ ਜਾਂਦੇ ਉੱਥੇ ਗੱਲ ਬਣ ਜਾਂਦੀ। ਫਿਰ ਨਹੀਂ ਉਹ ਇੱਦਾਂ ਵੀ ਕਹਿੰਦੇ ਹੋਣੇ ਆ, ਇੱਕ ਘਰ ਦੇ ਕਹਿੰਦੇ ਉਹਨੂੰ ਕਹਿੰਦੇ ਰਾਹੁਲ ਗਾਂਧੀ ਆ ਚਲਾ, ਕਹਿੰਦੇ ਕੋਈ ਗੱਲ ਨਹੀਂ ਚੰਗਾ ਹੋਇਆ ਆ ਚਲਾ, ਜੇ ਦੂਜੇ ਲੋਕਲ ਆ ਜਾਂਦੇ ਫਿਰ ਔਖੇ ਹੋਣੇ, ਹੁਣ ਸੌਖੇ ਬਹੁਤ ਹੋ ਗਏ ਆ। ਸੰਧਾਵਾਲੀਆ ਸਾਹਿਬ, ਕੈਪਟਨ ਸਾਹਿਬ ਗਏ, ਕੈਪਟਨ ਸਾਹਿਬ ਨੂੰ ਅਜੇ ਤੱਕ ਰਾਹੁਲ ਗਾਂਧੀ ਨਹੀਂ ਮਿਲੇ। ਚਰਚਾ ਚੱਲ ਪਈ ਜੀ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਨਹੀਂ ਮਿਲੇ। ਪ੍ਰਗਟ ਸਿੰਘ ਨੂੰ ਰਾਹੁਲ ਗਾਂਧੀ ਮਿਲਦੇ ਆ, ਕਾਂਗਰਸ ਦੇ ਵਜ਼ੀਰਾਂ ਨੂੰ ਮਿਲਦੇ ਆ, ਕਈ ਹੋਰ ਵਿਧਾਇਕਾਂ ਨੂੰ ਮਿਲਦੇ ਆ, ਉਹਨਾਂ ਦੀਆਂ ਗੱਲਾਂ ਸੁਣਦੇ ਆ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨਹੀਂ ਮਿਲਦੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਿਲਦੀ ਹੈ ਉਹ 3 ਮੈਂਬਰੀ ਕਮੇਟੀ। ਇਹ ਚਰਚਾ ਇਸ ਕਰਕੇ ਵੀ ਚੱਲ ਪਈ ਕਿਉਂਕਿ ਮੰਨਿਆ ਜਾਂਦਾ ਕਿ ਕੈਪਟਨ ਸਾਹਿਬ ਤੇ ਬੀਬੀ ਸੋਨੀਆ ਗਾਂਧੀ ਉਹ ਇੱਕ ਧੜੇ ਦੇ ਨੇ, ਨਵਜੋਤ ਸਿੱਧੂ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਉਹ ਇੱਕ ਧੜੇ ਦੇ ਨੇ, ਕਿ ਉਹ ਨੌਜਵਾਨ ਬ੍ਰਿਗੇਡ ਜਿਹੜਾ 50 ਦੇ ਆਸ-ਪਾਸ ਵਾਲਾ ਉਹ ਸਿੱਧੂ ਸਾਹਿਬ ਨੂੰ ਚਾਹੁੰਦਾ ਹੈ, ਉਹ ਬਜ਼ੁਰਗੀ ਬ੍ਰਿਗੇਡ ਜਿਹੜਾ ਹੈ ਉਹ ਕੈਪਟਨ ਸਾਹਿਬ ਨੂੰ ਚਾਹੁੰਦੇ ਆ। ਪਰ ਅਸਲ ਦੇ ਵਿੱਚ ਕਹਾਣੀ ਇੱਦਾਂ ਨਹੀਂ।
ਹੁਣ ਕਹਾਣੀ ਇਦਾਂ ਕਿ ਕਾਂਗਰਸ ਦੀ ਹਾਈ ਕਮਾਂਡ ਚਾਹੁੰਦੀ ਆ ਕਿ ਯੂਪੀ ਇਲੈਕਸ਼ਨ ਤੱਕ ਜਾਂ 2024 ਦੀ ਲੋਕ ਸਭਾ ਚੋਣ ਤੱਕ ਸਾਡੀ ਪਾਰਟੀ ਦਾ ਮੋਛਾ ਕਿਸੇ ਹੋਰ ਸੂਬੇ 'ਚ ਨਾ ਪਵੇ। ਉਹਨਾਂ ਨੂੰ ਪਤਾ ਹੈ ਕਿ ਜੇ ਕਿਤੇ ਸਰਕਾਰ ਦੀ ਮਾੜੀ ਮੋਟੀ ਗੱਲ ਬਣ ਸਕਦੀ ਤਾਂ ਪੰਜਾਬ 'ਚ ਹੀ ਹੈ। ਹੁਣ ਸਭ ਤੋਂ ਵੱਡੀ ਸਮੱਸਿਆ ਇੱਥੇ ਆ ਕੇ ਪੈਦਾ ਹੋ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ 'ਚ ਬੈਠਿਆਂ ਕਹਿਤਾ, ਮੈਂ ਤਾਂ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿਤੇ ਬਹਿਣਾ, ਮੈਂ ਤਾਂ ਮੀਟਿੰਗ ਤੱਕ ਨਹੀਂ ਕਰਨੀ ਸਾਂਝੇ ਤੌਰ ਦੇ ਉੱਤੇ। ਜਿਹੜੇ ਮੀਡੀਆ ਅਦਾਰੇ ਇਹ ਕਹਿੰਦੇ ਆ ਉਹ ਖਬਰਾਂ ਜਿਹੜੀਆਂ ਠੀਕ ਨਹੀਂ ਹੈ, ਮੈਂ ਤਾਂ ਉਸ ਬੰਦੇ ਦੇ ਨਾਲ ਬਹਿ ਹੀ ਨਹੀਂ ਸਕਦਾ। ਉਧਰਲੇ ਪਾਸੇ ਕੈਪਟਨ ਸਾਹਿਬ ਕਹਿੰਦੇ ਆ ਉਪ ਮੁੱਖ ਮੰਤਰੀ, ਉਹ ਯਾਰ ਤੁਸੀਂ ਉਪ ਮੁੱਖ ਮੰਤਰੀ ਦੀ ਗੱਲ ਕਰਦੇ ਹੋ, ਮੈਂ ਬੂਹਾ ਨਹੀਂ ਖੋਲਣਾ, ਉਹ ਬੰਦਾ ਜਿਹੜੇ ਘਰ ਨੂੰ ਗਿਆ ਤਾਂ। ਹੁਣ ਇੰਨੀ ਜ਼ਿਆਦਾ ਸਮੱਸਿਆ ਪੈਦਾ ਹੋ ਚੁੱਕੀ ਆ ਕਿ ਦੋਨੋਂ ਬੰਦੇ ਇੱਕ ਸਰਕਾਰ ਦੇ ਵਿੱਚ, ਇੱਕ ਪਾਰਟੀ ਦੇ ਵਿੱਚ ਰਹਿ ਕੇ ਵਿਧਾਨ ਸਭਾ ਚੋਣਾਂ ਦੇ ਲਈ ਜਿੰਨੀ ਗੰਭੀਰਤਾ ਦੇ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ, ਉਹ ਕੰਮ ਤਾਂ ਕੀ ਕਰਨਾ, ਨਾਲ ਦੀ ਕੁਰਸੀ ਦੇ ਉੱਤੇ ਬੈਠ ਕੇ ਮੀਟਿੰਗ ਤੱਕ ਕਰਨ ਨੂੰ ਤਿਆਰ ਨਹੀਂ। ਉਹਦੇ ਪਿੱਛੇ ਵੀ ਸੰਧਾਲੀਆ ਸਭ ਲੋਕਾਂ ਦਾ ਰੂਹ ਹੈ। ਅੱਜ ਤੁਸੀਂ ਦੇਖੋ ਕਿ ਸਿੱਧੇ 2003-4 ਤੇ ਚਲੇ ਜਾਓ, ਇਦਾਂ ਦਾ ਹੀ ਮਾਹੌਲ ਸੀ, ਇਦਾਂ ਦੀ ਕਾਂਗਰਸ ਦੀ ਸਰਕਾਰ ਸੀ। ਬੀਬੀ ਭੱਠਲ ਨੇ ਉਦੋਂ ਬਗਾਵਤ ਕੀਤੀ, ਉਪ ਮੁੱਖ ਮੰਤਰੀ ਦਾ ਅਹੁਦਾ ਲੈ ਕੇ ਮੁੜੇ। ਪਰ ਅੱਜ ਲੋਕਾਂ ਦੇ ਵਿੱਚ ਵੀ ਜਾਗਰਤੀ ਆ ਚੁੱਕੀ ਹੈ, ਪੰਜਾਬ ਦੇ ਮੁੱਦੇ ਵੀ ਬਦਲ ਚੁੱਕੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਜੇ ਪੁੱਛਦੇ ਹੋ ਕਹਿੰਦੇ ਅਹੁਦਾ ਥੋੜੀ ਯਾਰ, ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦਾ ਦੱਸੋ। ਪਤਾ ਉਹਨਾਂ ਨੂੰ ਵੀ ਹੈਗਾ ਕਿ ਜੇ ਦਿੱਲੀ ਚਲੇ ਗਏ, 4 ਦਿਨ ਰੌਲਾ ਰੱਪਾ ਪਾਇਆ, ਵਿਧਾਇਕਾਂ ਦੀ ਪਰੇਡ ਕਰਾਈ, ਮੁੜ ਕੇ ਉਪ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਦਾ ਅਹੁਦਾ ਲੈ ਕੇ ਪੰਜਾਬ 'ਚ ਚਲੇ ਗਏ, ਕਾਂਗਰਸ ਦੀ ਲੜਾਈ ਤਾਂ ਸ਼ਾਂਤ ਹੋ ਜੂ। ਜਿਹੜੇ ਸਵਾਲ ਪੰਜਾਬ ਦੇ ਲੋਕਾਂ ਨੇ 13,000 ਪਿੰਡਾਂ ਦੇ ਵਿੱਚੋਂ ਪੁੱਛਣੇ, ਉਹਦਾ ਜਵਾਬ ਕੋਈ ਨਹੀਂ ਹੋਣਾ। ਹਾਂ ਨਹੀਂ, ਪਰ ਚਰਚਾ ਤੇ ਜਿਹੜੀ ਇਹ ਵੀ ਆ ਵੀ ਉਧਰ ਲਗਭਗ ਤੈਅ ਹੋ ਗਿਆ ਸੀ ਵੀ ਕੋਈ ਗੱਲ ਨਹੀਂ, ਜਾਖੜ ਸਾਹਿਬ ਮੰਨ ਗਏ ਆ ਤੇ ਪ੍ਰਧਾਨਗੀ ਵਾਲੀ ਕੁਰਸੀ ਆਪਾਂ ਸਿੱਧੂ ਸਾਹਿਬ ਨੂੰ ਛੱਡ ਦਿੰਦੇ। ਹੁਣ ਦੇਖੋ ਨਾ, ਨੋਟ ਕਰਨ ਵਾਲੀ ਗੱਲ ਹੈ ਵੀ ਇੱਕ ਪਾਸੇ ਜੇ ਸਰਕਾਰ ਦਾ ਮੁਖੀਆ ਕੈਪਟਨ ਅਮਰਿੰਦਰ ਸਿੰਘ, ਜੇ ਪੰਜਾਬ ਕਾਂਗਰਸ ਦਾ ਮੁਖੀਆ ਨਵਜੋਤ ਸਿੰਘ ਸਿੱਧੂ, ਵਾਹ ਮਤਲਬ ਬਰਾਬਰ ਜੇ ਡੈਂਦੀ ਕੁਰਸੀ ਲੱਗਦੀ ਸੀ। ਹੁਣ ਪਤਾ ਨਹੀਂ ਉਹ ਰੱਬ ਜਾਣੇ ਸੱਚ ਆ ਝੂਠ ਆ, ਉਹ ਤਾਂ ਭਾਈ ਸਾਹਿਬ ਅਗਲੇ ਦਿੱਲੀ ਵਾਲੇ ਦੱਸਣਗੇ, ਪਰ ਜੋ ਖਬਰਾਂ ਹੁਣ ਨਾਲ ਇਹ ਵੀ ਹੈ ਵੀ ਜਿਹੜੀ ਚਰਚਾ ਸਿੱਧੂ ਸਾਹਿਬ ਨੇ ਇੱਧਰ ਉੱਧਰ ਕਰ ਲਈ, ਉਹਦਾ ਕਰਕੇ ਉਹ ਵਾਲੀ ਕੁਰਸੀ ਤੋਂ ਤਾਂ ਕਹਿੰਦੇ ਵੀ ਲੀਕ ਮਾਰਤੀ ਉਹਨੇ, ਕਹਿੰਦੇ ਨਹੀਂ ਜਾਖੜ ਸਾਹਿਬ ਤੁਸੀਂ ਅਜੇ ਬੈਠੇ ਰਹੋ, ਇਹਦੇ ਬਾਰੇ ਆਪਾਂ ਸੋਚਦੇ ਹਾਂ। ਪਰ ਜਿਹੜੀ ਗੱਲ ਤੁਸੀਂ ਆ ਜ਼ਿਕਰ ਕੀਤਾ ਕਿ ਵੀ ਕੈਪਟਨ ਸਾਹਿਬ ਹੁਣ ਨਹੀਂ ਮੰਨਦੇ ਵੀ ਭਾਈ ਸਾਹਿਬ ਕੁਛ ਨਹੀਂ ਦੇਣਾ, ਸਿੱਧੂ ਸਾਹਿਬ ਕੁਛ ਕਹਿੰਦੇ ਮੈਂ ਲੈਣਾ ਕੁਛ ਨਹੀਂ। ਹੁਣ ਸਵਾਲ ਇਹ ਵੀ ਜਿੱਥੇ ਜਾ ਕੇ ਪੇਚ ਇਹਨਾਂ ਨੇ ਫਸਾ ਲਿਆ, ਇਹ 'ਚੋਂ ਇੱਕ ਚੀਜ਼ ਤੇ ਹੋਣੀ ਪੱਕੀ ਹੈ ਵੀ ਦੋਵਾਂ 'ਚੋਂ ਕਿਸੇ ਇੱਕ ਲੀਡਰ ਨੂੰ ਹਾਈ ਕਮਾਨ ਨੂੰ ਚੁਣਨਾ ਪੈਣਾ, ਆਪਣਾ ਪੜਿਆ ਉਹ ਆਪ ਵਿਚਾਰਨ ਵੀ ਕਿਹਦੇ ਨਾਲ ਤੁਰਨਾ, ਇੰਨੀ ਗੱਲ ਹੀ ਜੀ। ਬੂਹਾ ਮਾਰਨਾ ਪੈਣਾ ਇੱਕ ਨੂੰ, ਤੇ ਉਹ ਬੂਹਾ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਮਾਰਨਾ। ਜੇ ਦੋਨੋਂ ਲੀਡਰ ਸਹੀ ਨੇ ਆਪੋ ਆਪਣੇ ਸਟੈਂਡ ਤੇ, ਕੈਪਟਨ ਸਾਹਿਬ ਕਹਿੰਦੇ ਮੈਂ ਨਹੀਂ ਉਪ ਮੁੱਖ ਮੰਤਰੀ ਬਣਾਉਂਦਾ, ਜੇ ਨਵਜੋਤ ਸਿੰਘ ਸਿੱਧੂ ਸਹੀ ਨੇ, ਕਹਿੰਦੇ ਮੈਨੂੰ ਅਹੁਦਾ ਕੋਈ ਨਹੀਂ ਚਾਹੀਦਾ, ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦਾ ਹੱਲ ਚਾਹੀਦਾ, ਹੱਲ ਹੋਣਾ ਨਹੀਂ, ਇਹ ਗੱਲ ਪੱਕੀ ਹੈ। ਜਿਹੜਾ 4.25 ਸਾਲ 'ਚ ਨਹੀਂ ਹੋਇਆ, ਪੌਣੇ ਸਾਲ 'ਚ ਨਹੀਂ ਹੋ ਚੱਲਾ। ਫਿਰ ਇੱਕ ਦੇ ਲਈ ਕਾਂਗਰਸ ਪਾਰਟੀ ਦਾ ਬੂਹਾ ਬੰਦ ਹੋਣਾ, ਤੇ ਉਹ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਲਈ ਹੋ ਜਾਊਗਾ, ਕਿਉਂਕਿ ਜਿਹੜਾ ਕੰਮ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ 'ਚ ਆ ਕੇ ਅੱਜ ਤੱਕ ਨਹੀਂ ਸੀ ਕੀਤਾ, ਉਹ ਕਹਿੰਦੇ ਸੀ ਮੈਂ ਹਾਈ ਕਮਾਂਡ ਦੇ ਨਾਲ ਹਾਂ, ਮੈਂ ਗਾਂਧੀ ਪਰਿਵਾਰ ਦੇ ਨਾਲ ਹਾਂ, ਪਰ ਪੰਜਾਬ ਦੇ ਮਸਲੇ ਨਹੀਂ ਹੱਲ ਕੀਤੇ, ਇਸ ਕਰਕੇ ਮੈਂ ਆਪਣੀ ਸਰਕਾਰ ਦੀ ਆਲੋਚਨਾ ਕਰਨ ਨੂੰ ਟਲਦਾ ਨਹੀਂ। ਪਰ ਉਹਨਾਂ ਨੇ ਅਦਕੀ ਨਵੀਂ ਗੱਲ ਆਖੀ ਜਿੱਧਰ ਧਿਆਨ ਦੇਣਾ ਬਣਦਾ, ਉਹ ਕਹਿੰਦੇ ਸਿੱਧੂ ਸ਼ੋਪੀਸ ਆ ਕਿ ਤੁਸੀਂ ਜਦੋਂ ਮਰਜ਼ੀ ਪ੍ਰਚਾਰ ਲਈ ਕੱਢ ਦੋ, ਜਦੋਂ ਮਰਜ਼ੀ ਅਲਮਾਰੀ ਦੇ ਵਿੱਚ ਰੱਖਦੇ ਹੋ, ਫਿਰ ਪ੍ਰਚਾਰ ਦੇ ਲਈ ਕੱਢ ਦੋ। ਉਹ ਹਾਈ ਕਮਾਂਡ ਕੱਢਦੀ ਹੈ। ਹਾਈ ਕਮਾਂਡ ਕਹਿੰਦੀ ਹੁੰਦੀ ਸੀ ਨਾ ਕਿ ਸਾਨੂੰ ਬਾਕੀ ਸੂਬਿਆਂ 'ਚ ਲੋੜ ਹੈ ਨਵਜੋਤ ਸਿੰਘ ਸਿੱਧੂ ਦੀ, ਤੇ ਫਿਰ ਸਿੱਧੂ ਮੈਨੂੰ ਲੱਗਦਾ ਕਿ ਹੋ ਸਕਦਾ ਇਦਾਂ ਵੀ ਹੋਵੇ ਜਿੱਦਾਂ ਬਾਜਵਾ ਸਾਹਿਬ ਕਹਿੰਦੇ ਸੀ ਮੈਨੂੰ ਸੀਟ ਦੀ ਨਾ ਹਾਂ ਕੀਤੀ ਸੀ, ਮੁੜ ਕੇ ਨਾ ਕਰਤੀ, ਮੈਨੂੰ ਕਹਿੰਦੇ ਸੀ ਐਤਕੀ ਇੱਕ ਵਾਰੀ ਜਾਖੜ ਸਾਹਿਬ ਨੂੰ ਲੜ ਲੈਣ ਦਿਓ, ਮੁੜ ਕੇ ਕਹਿੰਦੇ ਤੁਹਾਡੇ ਟੱਬਰ ਨੂੰ ਸੀਟ ਛੱਡਾਂਗੇ, ਹੁਣ ਛੱਡ ਦੇ ਕਿਉਂ ਨਹੀਂ। ਹੋ ਸਕਦਾ ਕਿ ਅੰਦਰਲੀ ਹਾਂ ਕੈਪਟਨ ਸਾਹਿਬ ਦੇ ਦਬਾਅ ਦੇ ਵਿੱਚ ਹੁਣ ਨਾ 'ਚ ਤਬਦੀਲ ਹੁੰਦੀ ਹੋਵੇ, ਤੇ ਸਿੱਧੂ ਸਾਹਿਬ ਫਿਰ ਸਟੈਂਡ ਲੈ ਗਏ। ਹੁਣ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਮੈਂ ਸ਼ੋ ਪੀਸ ਨਹੀਂ ਹੈਗਾ, ਕਿ ਮੈਨੂੰ ਪ੍ਰਚਾਰ ਲਈ ਵਰਤ ਲਓ, ਉਹ ਇਹ ਗੱਲ ਦੱਸਦੀ ਆ ਕਿ ਹੁਣ ਹਾਈ ਕਮਾਂਡ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਦੇ ਉੱਤੇ ਉਨਾ ਪ੍ਰਭਾਵ ਪਾਉਣ ਦੇ ਵਿੱਚ ਕਾਮਯਾਬ ਜਿਹੜੀ ਉਹ ਨਹੀਂ ਹੋ ਰਹੀ। ਦਰਵਾਜ਼ਾ ਕਾਂਗਰਸ ਤੋਂ ਬਾਹਰ ਜਾਣ ਦਾ ਨਵਜੋਤ ਸਿੰਘ ਸਿੱਧੂ ਦਾ ਖੁੱਲਦਾ ਲੱਗਦਾ, ਕਿਉਂਕਿ ਕੈਪਟਨ ਸਾਹਿਬ ਤਾਂ ਬੋਲਦੇ ਹੀ ਨਹੀਂ, ਤੇ ਜੇ ਸਬੂਤ ਕਿਸੇ ਦੇ ਖਿਲਾਫ ਜਾਂਦੇ ਆ ਤਾਂ ਨਵਜੋਤ ਸਿੰਘ ਸਿੱਧੂ ਦੇ ਜਾਂਦੇ ਆ। ਤੇ ਜੇ ਕਾਂਗਰਸ ਪਾਰਟੀ ਦੇ ਬਹੁਤੇ ਵਿਧਾਇਕ ਕਹਿੰਦੇ ਆ ਕਿ ਭਾਈ ਐਤਕੀ ਸਾਡੀ ਆਪੋ ਆਪਣੇ ਹਲਕਿਆਂ 'ਚ ਗਤੀ ਨਹੀਂ ਹੋਣੀ ਜੇ ਨਵਜੋਤ ਸਿੰਘ ਸਿੱਧੂ ਨੂੰ ਨਾ ਲੈ ਕੇ ਆਏ, ਜਿਹੜੀ ਗੱਲ ਤੁਸੀਂ ਕੀਤੀ ਸੀ ਕਿ ਭਾਈ ਪ੍ਰਧਾਨਗੀ ਮਿਲ ਸਕਦੀ ਸੀ, ਮੈਂ ਗੁਆਂਢ ਦੀ ਉਦਾਹਰਨ ਦੇ ਦਿੰਦਾ, ਇਦਾਂ ਦਾ ਹੀ 36 ਦਾ ਅੰਕੜਾ ਰਾਜਸਥਾਨ 'ਚ ਸੀ। ਸਚਿਨ ਪਾਇਲਟ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਪ੍ਰਧਾਨ ਬਣਾਤੇ, ਨਾਲ ਉਪ ਮੁੱਖ ਮੰਤਰੀ ਵੀ ਬਣਾਤੇ, ਮੈਂ ਦੋਨੋਂ ਚੀਜ਼ਾਂ ਦੱਸਦੇ ਹਾਂ। ਅਸ਼ੋਕ ਗਹਿਲੋਤ ਮੁੱਖ ਮੰਤਰੀ ਬਣਾਤੇ, ਜਾਣੀ ਕਿ ਬਿਲਕੁਲ ਉਦਾਂ ਦੀ ਗੱਲ ਕਿ ਕੈਪਟਨ ਸਾਹਿਬ ਕਹਿਣ ਮੁੱਖ ਮੰਤਰੀ ਤਾਂ ਮੈਂ, ਅਗਲੇ ਕਹਿਣ ਨਵਜੋਤ ਸਿੰਘ ਸਿੱਧੂ ਨੂੰ ਕਿ ਉਪ ਮੁੱਖ ਮੰਤਰੀ ਵੀ ਬਣਾਉਣੇ ਆ ਤੇ ਕਾਂਗਰਸ ਦਾ ਪ੍ਰਧਾਨ ਵੀ ਬਣਾਉਣੇ ਆ। ਜੇ ਦੋਨੋਂ ਅਹੁਦੇ ਵੀ ਦੇ ਦੇਣ, ਉਹਦੇ ਤੋਂ ਬਾਅਦ ਵੀ ਰਾਜਸਥਾਨ ਦੀ ਕਾਂਗਰਸ ਦੇ ਵਿੱਚ ਕਿੰਨਾ ਖਲਾਰਾ ਪਿਆ ਸੀ, ਬੈਠ ਗਿਆ ਸੀ ਨਾ ਹਰਿਆਣੇ ਦੇ ਵਿੱਚ ਆਪਣੇ ਵਿਧਾਇਕਾਂ ਨੂੰ ਨਾਲ ਲੈ ਕੇ ਸਚਿਨ ਪਾਇਲਟ। ਉਹ ਵੱਖਰੀ ਗੱਲ ਸੀ ਕਿ ਜੋਤਿਰਾਦਿੱਤਿਆ ਸਿੰਧੀਆ ਵਾਲੀ ਗੱਲ ਨਹੀਂ ਬਣੀ ਤੇ ਸਰਕਾਰ ਨਹੀਂ ਸੀ ਪਲਟੀ ਗਈ। ਮੈਨੂੰ ਨਹੀਂ ਲੱਗਦਾ ਕਿ ਘੜੇ ਦੇ ਉੱਤੇ ਢੱਕਣ ਰੱਖਿਆ ਜਾਣਾ, ਹੁਣ ਤਾਂ ਬਾਹਰ ਨੂੰ ਆਉਣ ਲੱਗ ਪਿਆ ਸੌਦਾ। ਪਰ ਇਹਦੇ 'ਚ ਇੱਕ ਗੱਲ ਆ, ਚਲੋ ਆਪਾਂ ਇਹਨੂੰ ਸਮੇਟਦੇ ਹਾਂ, ਇਸ ਗੱਲ ਨੂੰ, ਫੈਗਲੀ ਖਬਰ ਵਾਲੇ ਪਾਸੇ ਚੱਲਦੇ ਹਾਂ। ਸਮੇਟਣ ਵਾਲੀ ਗੱਲ ਇਹ ਬਣਦੀ ਹੈ ਵੀ ਜਿਹੜਾ ਵੀ ਫੈਸਲਾ ਦਿੱਲੀੋਂ ਹੋਣਾ,
ਨਾ ਉਹ ਪੰਜਾਬ ਦੇ ਹੱਕ 'ਚ ਹੋਣਾ ਤੇ ਨਾ ਪੰਜਾਬੀਆਂ ਦੇ ਹੱਕ 'ਚ ਹੋਣਾ, ਨਾ ਜਿਹੜੇ ਇੰਨੇ ਚਿਰ ਦੇ ਲੰਮੇ ਚੌੜੇ ਮਸਲੇ ਸੀ ਉਹਨਾਂ ਦੇ ਹੱਕ 'ਚ ਹੋਣਾ। ਫੈਸਲਾ ਉਹ ਹੋਣਾ ਜਿਹਦੇ ਨਾਲ ਇਸ ਵਕਤ ਉਬਲਦੇ ਫਿਰਦੇ ਜਿਹੜੇ ਐਮਐਲਏ ਜਾਂ ਮੰਤਰੀ ਸਾਹਿਬਾਨ ਜਾਂ ਜਿਹੜੇ ਹੋਰ ਲੀਡਰ ਨੇ ਜਾਂ ਜਿਹਦਾ ਕਰਕੇ ਇਸ ਵਕਤ ਇਦਾਂ ਜੇ ਫਿੱਟ ਪੈਂਦਾ ਵੀ ਇਦਾਂ ਥੋੜਾ ਹੋ ਗਿਆ ਹੁਣ 3 ਕੁਰਸੀਆਂ ਚੌਥੀ ਤੁਸੀਂ ਮੇਰੀ ਫਸਾਉਂਦੇ ਕਿਉਂ ਨਹੀਂ, 4 ਛੱਡ ਕੇ ਭਾਵੇਂ 5 ਵੀ ਫਸਾ ਲੈਣ। ਕਾਂਗਰਸ ਦਾ ਜਿਹੜਾ ਅੰਦਰਲਾ ਉਬਾਲ ਆ ਉਹਦੇ ਤੇ ਭਾਵੇਂ ਉਸ ਦੁੱਧ ਤੇ 4 ਕੇ ਛਿੱਟੇ ਮਾਰ ਕੇ ਉਬਲ ਨੂੰ ਬਚਾ ਲੈਣ, ਪਰ ਜੇ ਆਪਾਂ ਇਹ ਕਹੀਏ ਕਿ ਉਹਦੇ ਨਾਲ ਪੰਜਾਬ ਦਾ ਕੋਈ ਨਾ ਕੋਈ ਹੱਲ ਨਿਕਲ ਆਊਗਾ, ਉਦੋਂ ਆਪਾਂ ਆਸ ਪਾੜ ਦਈਏ, ਵਰਕਾ ਪਾੜ ਦਈਏ। 200% ਵਰਕਾ ਪਾੜ ਦਿਓ ਜੀ। ਦੂਸਰੀ ਗੱਲ ਕਹਿੰਦੇ ਕੈਪਟਨ ਸਾਹਿਬ ਨੇ ਵੀ ਫਾਈਲਾਂ ਵੱਡੀਆਂ ਰੱਖੀਆਂ ਕਿ ਆ ਦੇਖੋ ਕੰਮ ਕਿੰਨੇ ਕੀਤੇ ਆ, ਇੰਨੇ ਵਾਅਦੇ ਪੂਰੇ ਕਰ ਦਿੱਤੇ ਆ। ਹੋ ਸਕਦਾ ਉਹ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਵੀ ਵਿੱਚ ਹੀ ਰੱਖਦੇ ਹੁਣ, ਹੋ ਸਕਦਾ ਅੰਕੜਿਆਂ ਦੇ ਹਿਸਾਬ ਦੇ ਨਾਲ ਇਹ ਵੀ ਦਿਖਾਉਂਦੇ ਹੁਣ ਕਿ ਪੰਜਾਬ ਦੀ ਸਕੂਲੀ ਸਿੱਖਿਆ ਬੜੀ ਕਰਤੀ ਵਧੀਆ। ਇਹਦੇ ਤੋਂ ਇਲਾਵਾ ਹੋ ਸਕਦਾ ਕਿ ਅੰਕੜਿਆਂ ਦੇ ਆਧਾਰ ਦੇ ਉੱਤੇ 16 ਲੱਖ ਫਾਈਲਾਂ ਉਹਨਾਂ ਰੁਜ਼ਗਾਰ ਦੀਆਂ ਵੀ ਜਾ ਕੇ ਰੱਖਤੀਆਂ ਹੁਣ ਕਿ ਨੌਕਰੀ ਵੀ ਦੇਤੀ ਹੈ। ਇਹ ਵੀ ਹੋ ਸਕਦਾ ਉਹ ਕਹਿਣ ਕਿ ਭਾਈ ਆ ਦੇਖੋ ਕੁਰਬਾਨੀਆਂ ਦਾ ਮੁੱਲ ਕਿੰਨਾ ਪਾਇਆ, ਅਸੀਂ 2 ਐਮਐਲਏ ਦੇ ਮੁੰਡਿਆਂ ਤਾਂ ਨੌਕਰੀ ਹੁਣੇ ਹੀ ਦੇ ਕੇ ਹਟੇ ਆ। ਇਹ ਵੀ ਹੋ ਸਕਦਾ ਕਿ ਉਹਨਾਂ ਨੇ ਉੱਥੇ ਜਾ ਕੇ ਇਹ ਵੀ ਆਖਿਆ ਹੋਵੇ ਕਿ ਭਾਈ ਇੰਨੇ ਲੋਕਾਂ ਨੂੰ ਅਸੀਂ ਬੱਤੀ ਮੁਫਤ ਦਿੰਨੇ ਆ, ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਹੀਂ ਆਖੀਆਂ ਹੋਣੀਆਂ, ਚਾਹੇ ਉਹ ਪ੍ਰਾਈਵੇਟ ਬਿਜਲੀ ਦੇ ਸਮਝੌਤੇ ਰੱਦ ਕਰਨ ਦਾ ਮੁੱਦਾ ਹੋਵੇ, ਚਾਹੇ ਨਸ਼ੇ ਦਾ ਮੁੱਦਾ ਹੋਵੇ, ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਇਨਸਾਫ ਦਾ ਰੌਲਾ ਹੋਵੇ। ਉਹ ਸਾਰੇ ਚਰਚੇ ਜਿਹੜੇ ਆ ਵਿਧਾਇਕਾਂ ਨੂੰ ਤੰਗ ਕਰਦੇ ਆ, ਚਾਹ ਕੇ ਵੀ ਸ਼ਾਇਦ ਪੈਰ ਹੁਣ ਪਿਛਾਂਹ ਨਹੀਂ ਕਰ ਪਾਉਣਾ। ਪਰ ਇਹ ਗੱਲ ਤੁਹਾਡੀ ਠੀਕ ਹੈ, ਪੰਜਾਬ ਦਾ ਵਿੱਚੋਂ ਕੱਖ ਨਹੀਂ ਨਿਕਲਣਾ, ਲੀਡਰਾਂ ਦੀ ਲਾਭਹਾਨੀ ਹੋਣੀ ਹੈ ਬਸ। ਸੋ ਇਹ ਹੁਣ ਅੱਜ ਹੋ ਜੇ, ਕੱਲ ਹੋ ਜੇ, ਪਰਸੋਂ ਹੋ ਜੇ, ਹੋ ਸਕਦਾ ਹਫ਼ਤੇ ਨੂੰ ਹੋ ਜੇ, ਉਹਦੇ 'ਚੋਂ ਕੋਈ ਨਾ ਕੋਈ ਸੈਟਲਮੈਂਟ ਹੋ ਜੂਗੀ ਵੀ ਜਿਹੜਾ ਕਾਂਗਰਸ ਵਾਲਾ ਦੁੱਧ ਦਾ ਉਬਾਲ ਆ ਜੀ ਅਗਲੇ ਇਹਨੂੰ ਉਬਲ ਨੂੰ ਬਚਾ ਲੈਣਗੇ। ਉਸ ਤੋਂ ਬਾਅਦ ਜਿਹੜੀਆਂ ਧਿਰਾਂ ਜਿੱਧਰ ਜਾਂਦੀਆਂ ਨੇ ਉਹਦੇ ਤੇ ਆਪਾਂ ਫਿਰ ਗੱਲ ਕਰ ਲਾਂਗੇ। ਪਰ ਇੱਕ ਕੱਲ੍ਹ ਦੇ ਦਿਨ 'ਚ ਜਿਹੜੀ ਵੱਡੀ ਘਟਨਾ ਵਾਪਰੀ, ਵਾਹਵਾ ਦੇਰ ਦੀ ਉਡੀਕ ਕੀਤੀ ਜਾਂਦੀ ਸੀ ਵੀ ਹੁਣ ਪਤਾ ਨਹੀਂ ਵੀ ਇਹ ਸਿਆਸੀ ਤੌਰ 'ਤੇ ਆ ਜਾਂ ਹਾਈ ਕੋਰਟ ਨੇ ਜੋ ਕਿਹਾ ਜੀ ਉਹਦੇ ਤਹਿਤ ਜਿਹੜੀ ਚੁਣੀ ਹੋਈ SIT ਹੈ ਉਹ ਮਤਲਬ ਇੱਕ ਬਕਾਇਦਾ ਤੈਅ ਸਮੇਂ ਮੁਤਾਬਕ ਤੈਅ ਸਵਾਲਾਂ ਦੇ ਨਾਲ ਤੈਅ ਜਗ੍ਹਾ ਦੇ ਉੱਪਰ ਵੱਡੇ ਮੁੱਖ ਮੰਤਰੀ ਯਾਨੀ ਕਿ 5 ਸਾਲਾਂ ਦੇ ਮੁੱਖ ਮੰਤਰੀ, 5 ਵਾਰੀਆਂ ਦੇ ਮੁੱਖ ਮੰਤਰੀ ਵੱਡੇ ਬਲ ਸਾਹਿਬ ਨੂੰ ਮਿਲਣਗੇ। ਉਹਦੇ 'ਚ ਕਹਿੰਦੇ ਜਿਹੜਾ ਰੌਲਾ ਪਿਆ ਇੱਕ ਬੰਦੇ ਦਾ ਕਰਕੇ ਉਹਨੇ ਕੁਛ ਵੱਖਰੀ ਨਹੀਂ ਤਾਰ ਛੇੜ ਦਿੱਤੀ। ਸੰਧਾਲੀਆ ਸਾਹਿਬ ਜਦੋਂ ਪਿਛਲੀ ਵਾਰੀ ਬਾਦਲ ਸਾਹਿਬ ਦੀ ਪੁੱਛਗਿੱਛ ਹੋਈ ਹੈ ਇਸੇ ਕੇਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਹੋਰੀ ਪੁੱਛਗਿੱਛ ਕਰਨ ਲੱਗੇ ਸੀ, ਤਕਰੀਬਨ ਥੋੜੇ ਬਹੁਤ ਹੇਰ-ਫੇਰ ਦੇ ਨਾਲ ਜੇ ਸ਼ਬਦ ਆਪਾਂ ਚੱਕ ਕੇ ਇੱਧਰ ਉੱਧਰ ਤੇ ਉੱਧਰ ਇੱਧਰ ਕਰ ਦਈਏ, ਇਦਾਂ ਦਾ ਹੀ ਰੌਲਾ ਪਿਆ ਸੀ। ਇਦਾਂ ਹੀ ਪੁੱਛਗਿੱਛ ਦੇ ਲਈ ਬਾਦਲ ਸਾਹਿਬ ਕੋਲ ਆਉਣਾ ਸੀ, ਟੀਮ ਦੇ ਮੈਂਬਰ ਆਉਂਦੇ ਆ, ਬਾਦਲ ਸਾਹਿਬ ਖੁਦ ਗੇਟ ਤੇ ਆ ਗਿਆ ਸੀ, ਕਹਿੰਦੇ ਨਹੀਂ ਜੀ ਕੁੰਵਰ ਵਿਜੇ ਪ੍ਰਤਾਪ ਹੋਰੀ ਨਹੀਂ, ਤੁਸੀਂ ਆਪਣੇ ਜਿਹੜੇ ਹੈੱਡ ਨੇ ਕਮੇਟੀ ਦੇ ਮੇਰੀ ਗੱਲ ਕਰਾਓ। ਉਹਨਾਂ ਨੇ ਗੱਲ ਕਰਾਈ, ਉਹ ਕਹਿੰਦੇ ਜੀ ਦੇਖੋ ਇਹ ਸਵਾਲ ਮੈਨੂੰ ਪੁੱਛ ਸਕਦੇ ਆ ਪਰ ਮੈਂ ਜਵਾਬ ਨਹੀਂ ਦੇਣੇ, ਤੁਸੀਂ ਆ ਜਾਓ, ਤੁਸੀਂ ਵੀ SIT 'ਚੋਂ, ਮੈਂ ਤੁਹਾਨੂੰ ਜਵਾਬ ਦੇ ਦੇਣਾ। ਉਸੇ ਵੇਲੇ ਭੱਜੇ ਉਹ ਆਏ ਸੀ, ਉਹਨਾਂ ਨੇ ਸਵਾਲ ਪੁੱਛੇ, ਬਾਦਲ ਸਾਹਿਬ ਨੇ ਜਵਾਬ ਦੇ ਦਿੱਤੇ, ਮੁੜ ਕੇ ਅੱਜ ਤੱਕ ਬਹੁਤਾ ਕੁਝ ਹੋਇਆ ਨਹੀਂ ਸੀ। ਇੱਕ ਵੀ ਚਲਾਨ ਦੇ ਵਿੱਚ ਨਾ ਤਾਂ ਹੈ ਨਹੀਂ ਸੀ, ਉਹ ਵੱਖਰੀ ਗੱਲ ਹੈ ਕਿ ਰੌਲਾ ਪੈਂਦਾ ਸੀ ਕਿ ਇੱਕ ਆਖਰੀ ਚਲਾਨ ਅਜੇ ਹੋਣਾ ਸੀ ਪੇਸ਼, ਉਹਦੇ ਤੋਂ ਪਹਿਲਾਂ ਸਾਰਾ ਕੁਝ ਲਪੇਟ ਦਿੱਤਾ ਗਿਆ। ਹੁਣ ਇੱਕ ਵਾਰੀ ਫੇਰ ਬਾਦਲ ਸਾਹਿਬ ਨੂੰ ਜਦੋਂ ਪੁੱਛਗਿੱਛ ਕਰਨ ਦੇ ਲਈ ਦੂਜੀ ਵਾਰੀ ਬੁਲਾਇਆ, ਪਹਿਲੀ ਵਾਰੀ ਸਿਹਤ ਨਹੀਂ ਸੀ ਠੀਕ, ਅਕਾਲੀ ਦਲ ਨੇ ਪਿਛਲੇ 3 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤਾਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਬਾਦਲ ਸਾਹਿਬ ਬਿਮਾਰ ਨੇ, ਪਰ ਇਹਦੇ ਬਾਵਜੂਦ ਵੀ ਉਹ ਕਹਿੰਦੇ ਮੈਂ ਪੇਸ਼ ਹੋਣਾ, ਬਿਮਾਰੀ ਦੇ ਕਰਕੇ ਛੁੱਟੀ ਅਜੇ ਲੈ ਸਕਦੇ ਸੀ। ਯਾਨੀ ਤੁਸੀਂ ਦੇਖੋ ਪਿਛਲੇ 3 ਦਿਨਾਂ ਦੇ ਬਿਆਨ ਕੱਢ ਲਓ, ਪਰ ਉਹ ਚਾਹੁੰਦੇ ਆ ਲੋਕਾਂ ਨੂੰ ਇਨਸਾਫ ਮਿਲੇ। ਉਹ ਕਹਿੰਦੇ ਆ ਕਿ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹਰ ਤਰ੍ਹਾਂ ਦਾ ਸਹਿਯੋਗ ਕਰਨਾ ਹੈ। ਇੱਕ ਤਾਂ ਸੰਕੇਤ 3 ਦਿਨ ਇਹ ਦਿੱਤਾ, ਉਹਦੇ ਤੋਂ ਬਾਅਦ ਫਿਰ ਉਹੀ ਰੌਲਾ ਪੈ ਗਿਆ। ਹੁਣ 3 ਮੈਂਬਰੀ ਕਮੇਟੀ ਹਾਈ ਕੋਰਟ ਦੇ ਹੁਕਮਾਂ ਤੇ ਬਣੀ SIT, ਬਣਾਈ ਪੰਜਾਬ ਸਰਕਾਰ ਨੇ ਹੈ। ਉਹਦੇ ਵਿੱਚ ਅਕਾਲੀ ਦਲ ਦੇ 3 ਬੰਦਿਆਂ ਨੇ, ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ, ਇਹਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਤੇ ਮਹੇਸ਼ਿੰਦਰ ਸਿੰਘ ਗਰੇਵਾਲ, ਉਹ 3 ਬੰਦਿਆਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਜੀ ਆ ਦੇਖ ਲਓ SIT ਦਾ ਜਿਹੜਾ ਮੈਂਬਰ ਆ ਉਹਨੂੰ ਲਾਂਭੇ ਕਰ ਦਿੱਤਾ, ਇੱਕ ਜਿਹੜਾ ਬੰਦਾ ਆਪਣੀਆਂ ਸੇਵਾਵਾਂ ਨਿਭਾ ਚੁੱਕਿਆ ਉਹਨੂੰ ਲਿਆਣ ਕੇ ਵਿੱਚ ਸ਼ਾਮਲ ਕਰਾ ਲਿਆ। ਤੇ ਵੱਡੇ ਬਾਦਲ ਸਾਹਿਬ ਤੋਂ ਸਵਾਲ ਵੀ ਉਹ ਪੁੱਛਣ ਲੱਗਾ ਕੀ ਕਾਰਨ ਸੀ ਕਿ ਜਿਹੜਾ ਮੈਂਬਰ ਸੀ ਉਹਨੂੰ ਪਰੇ ਕਰ ਦਿੱਤਾ ਤੇ ਜਿਹੜਾ ਮੈਂਬਰ ਵੀ ਨਹੀਂ ਸੀ ਉਹਨੂੰ ਰਾਤੋਂ ਰਾਤ ਇਨਸਰਟ ਕਰ ਦਿੱਤਾ ਉਹਦੇ ਵਿੱਚ। ਉਹ ਕਹਿੰਦੇ ਇਹਦਾ ਮਤਲਬ ਹੈ ਕਿ ਜਾਂਚ ਜਿਹੜੀ ਹੈ ਉਹ ਸਿਆਸੀ ਤੌਰ ਤੇ ਕੀਤੀ ਜਾ ਰਹੀ ਹੈ, ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਹੈ, ਸੰਗਤ ਨੂੰ ਇਨਸਾਫ ਦੇਣ ਦੀ ਥਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲਾਭ ਕਿੱਦਾਂ ਲਿਆ ਜਾਣਾ ਉਹਨੂੰ ਮੱਦੇ ਨਜ਼ਰ ਰੱਖਦਿਆਂ ਕੀਤੀ ਜਾ ਰਹੀ ਹੈ। ਉਹ ਕਹਿੰਦੇ ਤੁਸੀਂ ਦੇਖ ਲਓ, ਅਸੀਂ ਪਿਛਲੀ ਵਾਰੀ ਕਹਿੰਦੇ ਸੀ ਨਾ ਕਿ ਕੁੰਵਰ ਵਿਜੇ ਪ੍ਰਤਾਪ ਬੰਦਾ ਠੀਕ ਨਹੀਂ, ਕੁੰਵਰ ਵਿਜੇ ਪ੍ਰਤਾਪ ਕਿਸੇ ਦੇ ਹੱਥੇ ਚੜਿਆ, ਕੁੰਵਰ ਵਿਜੇ ਪ੍ਰਤਾਪ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ। ਕਹਿੰਦੇ ਅੱਜ ਦੇਖ ਲਓ ਉਹ ਬੰਦਾ ਆਮ ਆਦਮੀ ਪਾਰਟੀ ਜਾ ਵੜਿਆ, ਅਦਾਲਤ ਨੇ ਕਹਿ ਦਿੱਤਾ ਕਿ ਉਹਨੇ ਪੱਖਪਾਤੀ ਜਾਂਚ ਕੀਤੀ ਹੈ, ਸਾਡੀਆਂ ਗੱਲਾਂ ਪਹਿਲਾਂ ਵੀ ਸੱਚ ਤੇ ਅੱਜ ਵੀ ਸੱਚ ਹੈ। ਮਤਲਬ ਇਹ ਵੀ ਜੇ ਆਪਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਤੇ ਜਾਈਏ, ਮਤਲਬ ਜੇ ਆਪਾਂ ਇਦਾਂ ਮੰਨ ਲਈਏ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਵਿੱਖਬਾਣੀ ਕਰ ਦਿੱਤੀ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਦੀ, ਇਦਾਂ ਹੀ ਹੋਇਆ, ਤੇ ਫਿਰ ਇਹਦਾ ਮਤਲਬ ਵਿਜੇ ਸਿੰਗਲਾ ਮਤਲਬ ਜਿਸ ਸ਼ਖਸ ਦੇ ਉੱਪਰ ਬਹੁਤਾ ਇਤਰਾਜ਼ ਹੈ, ਜਿਸ ਸ਼ਖਸ ਨੂੰ ਕਹਿੰਦੇ ਵੀ ਸਵਾਲ ਵੀ ਪਹਿਲੀ ਵਾਰ ਉਹਨੇ ਪੁੱਛਿਆ ਤੇ ਬਾਦਲ ਸਾਹਿਬ ਨੇ ਕਿਹਾ ਕਾਕਾ ਜੀ ਤੁਸੀਂ ਕੌਣ, ਮਤਲਬ
ਆਪਣੇ ਉਹ ਪਰਲੇ ਪਾਸੇ ਕੁਰਸੀ ਪਈ ਹੈ ਬਹਿ ਜਾਓ। ਕਿੱਦਾਂ ਮਤਲਬ ਤੁਸੀਂ ਐਸਆਈਟੀ 'ਚ ਤੇ ਹੈ ਨਹੀਂ, ਸਿਆਣਿਆ ਨਹੀਂ ਹੈ ਨਾ ਹੈ ਨਾ। ਅਗਲੇ ਨੇ ਕਿਹਾ ਹੋਗਾ ਨਹੀਂ ਜੀ ਮੈਂ ਡਾਇਰੈਕਟਰ ਪ੍ਰੋਸੀਕਿਊਸ਼ਨ, ਉਹ ਕਹਿੰਦੇ ਜੋ ਵੀ ਹੈਗਾ ਉਹਦੀ ਗੱਲ ਕੋਈ ਫਰਕ ਪੈਂਦਾ, ਐਸਆਈਟੀ 'ਚ ਤੇ ਨਹੀਂ ਨਾ। ਨਹੀਂ ਜੀ ਚੁੱਪ ਕਰਕੇ ਉਹ ਪਿਛਲੀ ਕੁਰਸੀ ਤੇ ਬਹਿ ਜਾਓ। ਪਰੇ ਪਾਣੀ ਪਿਆ, ਚਾਹ ਦੀ ਕੱਪੀ ਵੀ ਪਈ ਆ, ਪੀਓ, ਕੁੱਕੀ ਖਾਓ ਨਾਲ ਬਿਸਕੁਟ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜਾਂ ਤੇ ਵਿਜੇ ਸਿੰਗਲਾ ਹੋਰੀ ਅਗਲੀ ਵਾਰ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ 'ਚ ਐਂਟਰ ਹੋਣਗੇ, ਫਿਰ ਹੋ ਸਕਦਾ ਅਕਾਲੀ ਦਲ ਦੀ ਭਵਿੱਖਬਾਣੀ ਸੱਚ ਹੋਵੇ। ਪਰ ਜੇ ਸਾਰੇ ਕੁਛ ਨੂੰ ਆਪਾਂ ਲਾਂਭੇ ਵੀ ਰੱਖ ਦਈਏ, ਮੰਨ ਲਓ ਸਵਾਲ ਨਹੀਂ ਪੁੱਛਣ ਦਿੱਤਾ, ਗੱਲ ਨਹੀਂ ਹੋਈ, ਪਰ ਇੱਕ ਗੱਲ ਤੇ ਪੱਕੀ ਹੈ ਨਾ ਵੀ ਜੇ ਹਾਈ ਕੋਰਟ ਨੇ ਕਿਹਾ ਸੀ ਵੀ ਕੋਈ ਜਾਂਚ ਕਿਸੇ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਿਆ ਉਹ ਫਾਈਲ ਐਜ਼ ਇਟ ਇਜ਼ ਬੰਦ ਲਿਫਾਫੇ 'ਚ ਲਿਆ ਕੇ ਅਦਾਲਤ ਨੂੰ ਦੇਣੀ ਹੈ, ਨਾ ਕਿਸੇ ਮੀਡੀਆ ਜਾਣਾ ਨਾ ਕਿਤੇ ਹੋਰ ਜਾਣਾ। ਹੁਣ ਜੇ ਉਹ ਫਾਈਲ ਨੂੰ ਐਜ਼ ਇਟ ਇਜ਼ ਉਹ ਬੰਦ ਲਿਫਾਫੇ 'ਚ ਚੱਕ ਕੇ ਉੱਥੇ ਪਹੁੰਚਾ ਵੀ ਦੇਣ, ਇੱਕ ਬੰਦਾ ਤੇ ਐਸਾ ਹੈ ਨਾ ਜਿਹੜਾ ਸਰਕਾਰੀ ਧਿਰ ਦਾ ਉੱਥੇ ਪਹੁੰਚ ਕੇ ਜਿਹਨੇ ਉਹ ਸਾਰੀਆਂ ਗੱਲਾਂ ਸੁਣੀਆਂ ਵੀ ਅੰਦਰ ਗੱਲ ਕੀ ਹੋਈ। ਹੁਣ ਇਸ ਚੀਜ਼ ਦੇ ਉੱਪਰ ਕੱਲ੍ਹ ਨੂੰ ਹੋ ਸਕਦਾ ਸਿਆਸਤ ਭਖ ਵੀ ਜਾਵੇ, ਪੂਰੀ ਭਖੂਗੀ। ਮੈਂ ਤਾਂ ਵੱਡੇ ਪਾਏ ਸੋਚਦਾ ਸੀ ਕਿ ਇੱਕ ਘਰ ਹੈ ਪੰਜਾਬ ਦਾ, ਉਸ ਘਰ ਦੇ ਵਿੱਚ ਕੁਝ ਬੱਚੇ ਬੈਠੇ ਆ, ਉਹ ਆਪਣੀ ਦਾਦੀ ਨੂੰ ਜਾਂ ਮਾਂ ਨੂੰ ਪੁੱਛਦੇ ਹੋਣਗੇ ਕਿ ਪਾਪਾ ਜੀ ਦਾਦਾ ਜੀ ਦਾ ਕੀ ਬਣਿਆ ਉਦੋਂ, ਫਿਰ ਕਹਿੰਦੇ ਉਹਨਾਂ ਦੀ ਗੋਲੀ ਲੱਗ ਗਈ ਸੀ, ਉਹਨਾਂ ਦੀ ਮੌਤ ਹੋ ਗਈ ਸੀ। ਫਿਰ ਉਹ ਉੱਥੇ ਦੱਸਦੇ ਹੋਣਗੇ ਕਿ ਪੁੱਤ ਇਹ ਲੋਕਤੰਤਰੀ ਦੇਸ਼ ਹੈ ਆਪਣਾ, ਇੱਥੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਸੀ, ਕਿਸੇ ਨੇ ਅੰਗ ਪਾੜ ਕੇ ਸੁੱਟ ਦਿੱਤੇ ਸੀ, ਤੇ ਉਹ ਫਿਰ ਤੇਰੇ ਪਾਪਾ ਜੀ ਦਾਦਾ ਜੀ ਉੱਥੇ ਫਿਰ ਗਏ ਸੀਗੇ ਕਿਉਂਕਿ ਉਹ ਬੰਦਿਆਂ ਦਾ ਨਹੀਂ ਸੀ ਪਤਾ ਲੱਗਦਾ, ਪੁਲਿਸ ਫੜਦੀ ਨਹੀਂ ਸੀ, ਸਰਕਾਰ ਕੁਝ ਕਰਦੀ ਨਹੀਂ ਸੀ, ਉੱਥੇ ਤੇਰੇ ਪਾਪੇ ਦੀ ਗੋਲੀ ਲੱਗ ਗਈ। ਤੇ ਉਹ ਬਾਅਦ ਚ ਪੁੱਛਦੇ ਹੋਣਗੇ ਕਿ ਫਿਰ ਉਹ ਜਿਨ੍ਹਾਂ ਨੇ ਗੋਲੀ ਮਾਰ ਫੜੇ ਨਹੀਂ ਬੰਦੇ, ਕਾਹਤੋਂ ਗੋਲੀ ਮਾਰ ਦਿੱਤੀ ਸੀ? ਉਹ ਕਹਿੰਦੇ ਪੁੱਤ ਉਹ ਆਹੋ ਉਹ ਕਮਿਸ਼ਨ ਬਣਿਆ ਸੀ ਇੱਕ ਪਹਿਲਾਂ, ਫੇਕ ਹੋਰ ਫੇਕ ਆਮ ਲੋਕਾਂ ਨੇ ਬਣਾਇਆ ਸੀ, ਫਿਰ ਇੱਕ ਪੁੱਤ ਕਮੇਟੀ ਬਣੀ ਸੀ, ਫੇਕ ਕਮੇਟੀ ਬਣੀ ਸੀ, ਉਹ ਕਮੇਟੀ ਹੁਣ ਪੁੱਛ-ਗਿੱਛ ਕਰਨ ਗਈ ਸੀ। ਉਹ ਕਹਿੰਦੇ ਬੇਬੇ ਫੇਕ ਹੀ ਹੋਇਆ, ਉਹ ਕੁਛ ਨਹੀਂ, ਉਹ ਕਮੇਟੀ ਅੰਦਰ ਗਈ ਸੀ, ਬਾਹਰਲੇ ਪਾਸੇ ਬੰਦੇ ਬੈਠ ਕੇ ਕਹਿੰਦੇ ਸੀ ਇਹ ਕਮੇਟੀ ਨੇ ਇਨਸਾਫ ਨਹੀਂ ਦਿਵਾਉਣਾ ਤੁਹਾਡੇ ਭਾਪੇ ਦਾ, ਇਹ ਕਮੇਟੀ ਤਾਂ ਨਾ ਵੋਟਾਂ ਬਾਟਾਂ ਲੈਣ ਦੇ ਲਈ ਇੱਧਰ ਉੱਧਰ ਕਰਦੀ ਹੈ। ਮੈਂ ਇਹ ਸੋਚ ਰਿਹਾ ਸੀ ਕਿ ਜਿਹੜੀ ਅੱਜ ਛੋਟੀ ਪੀੜ੍ਹੀ ਹੈ ਜਿਹਨੂੰ ਸਿਆਸਤ ਦੇ ਅੰਦਰਲੇ, ਮੈਂ ਉਹ ਸ਼ਬਦ ਵਰਤਣੇ ਨਹੀਂ ਚਾਹੁੰਦਾ ਪਰ ਵਰਤ ਲੈਣਾ, ਕਿ ਗੰਦਮੰਦ ਦਾ ਨਹੀਂ ਪਤਾ। 6 ਸਾਲ ਹੋ ਗਏ ਸਿਆਸਤ ਦੇ ਅੰਦਰਲੇ ਗੰਦਮੰਦ ਦੇ ਕਰਕੇ ਇਨਸਾਫ ਨਹੀਂ ਮਿਲਿਆ। ਬਿਲਕੁਲ ਠੀਕ। ਉਹ ਜਿਹਨਾਂ ਬੱਚਿਆਂ ਨੂੰ ਉਹ ਨਹੀਂ ਪਤਾ, ਉਹਨਾਂ ਦੇ ਮਨ ਦੇ ਉੱਤੇ ਲੋਕਤੰਤਰ ਦਾ ਅਸਰ ਕੀ ਪਊਗਾ, ਉਹਨਾਂ ਦੇ ਮਨ ਦੇ ਉੱਤੇ ਕੀ ਹੋਊਗਾ ਕਿ ਭਾਈ ਅਸੀਂ ਜਿਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਚੁਣਦੇ ਆਂ, ਭਾਵੇਂ ਪੱਗਾਂ ਦੇ ਰੰਗ ਬਦਲ ਗਏ, ਪਾਰਟੀ ਦੇ ਰੰਗ ਬਦਲ ਗਏ, ਕੁਰਸੀਆਂ ਦੇ ਉੱਤੇ ਬਹਿਣ ਵਾਲੇ ਲੋਕਾਂ ਦੇ ਚਿਹਰੇ ਤੇ ਮੋਹਰੇ ਬਦਲ ਗਏ, ਗੱਲ ਤਾਂ ਉੱਥੇ ਹੀ ਖੜੀ ਆ ਨਾ। ਭਾਵੇਂ ਉਹ ਬਦਨਾਮ ਕਰਨ ਨੂੰ ਗਏ ਆ, ਭਾਵੇਂ ਉਹ ਕਿਸੇ ਤਰੀਕੇ ਗਏ ਆ, ਪਰ ਸਰਕਾਰ ਤਾਂ ਕਦੇ ਤੁਹਾਡੀ ਵੀ ਸੀ। ਉਹ ਕਹੀ ਜਾਂਦੇ ਇਨਸਾਫ ਅਸੀਂ ਜ਼ਰੂਰ ਦੇਣਾ। 4.25 ਸਾਲ ਤੁਸੀਂ ਕੀ ਕਰਦੇ ਸੀ? ਤੁਹਾਨੂੰ ਪੱਠੇ ਪਾਉਣ ਨੂੰ ਤਾਂ ਰੱਖਿਆ ਨਹੀਂ ਸੀ, ਤੁਹਾਨੂੰ ਸਰਕਾਰ ਚਲਾਉਣ ਨੂੰ ਸੱਖਿਆ ਰੱਖਿਆ ਸੀ। ਨਾ ਉਹਨਾਂ ਨੇ ਕੱਖ ਕੀਤਾ ਨਾ ਉਹਨਾਂ ਨੇ, ਪਰ ਲੋਕਾਂ ਦੇ ਮਨਾਂ ਦੇ ਵਿੱਚੋਂ ਲੋਕਤੰਤਰ ਜਿਸ ਤਰੀਕੇ ਕਿਰਦਾ ਭੁਰਦਾ ਤੇ ਤਿੜਕਦਾ ਜਾ ਰਿਹਾ, ਉਹਨੂੰ ਬਚਾਉਣਾ ਜ਼ਰੂਰੀ ਹੈ। ਨਹੀਂ ਉਹ ਤਾਂ ਗੱਲ ਹੈਗੀ ਆ, ਪਰ ਇਹ ਦੇਖੋ ਜੇ ਆਪਾਂ ਸਿਆਸੀ ਬਿਆਨਾਂ ਦੀ ਗੱਲ ਕਰੀਏ ਤੇ ਬਿਆਨ ਬੜਾ ਖਤਰਨਾਕ ਆਇਆ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਕੁਲਤਾਰ ਸਿੰਘ ਸੰਧਵਾਂ ਦਾ। ਉਹ ਕਹਿੰਦੇ ਦੇਖੋ ਜੀ ਇਦਾਂ ਨਹੀਂ ਪਤਾ ਲੱਗਣਾ, ਮੈਂ ਤੁਹਾਨੂੰ ਦੱਸਦਾ ਤਰੀਕਾ ਕੀ ਹੈ ਵੀ ਜੇ ਤੁਸੀਂ ਕਰਨਾ ਨਾ ਸੱਚ ਸਾਹਮਣੇ ਲਿਆਉਣਾ, ਯਾਨੀ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਨਾਰਕੋ ਟੈਸਟ ਕਰਾਓ ਵੱਡੇ ਬਲ ਸਾਹਿਬ ਦਾ, ਫੇਰ ਪਤਾ ਲੱਗੂ ਕੌਣ ਕਿੰਨਾ ਝੂਠ ਬੋਲਦਾ। ਮੈਂ ਸੰਧਾਲੀਆ ਸਾਹਿਬ ਹੋਰ ਸਲਾਹ ਦਿੰਦਾ, ਮੈਂ ਕਹਿੰਦਾ ਕਿ ਪੈਸੇ ਪਾਈਏ ਸਾਰੇ ਪੰਜਾਬ ਵਾਲੇ ਬੰਦੇ। ਉਸ ਤੋਂ ਬਾਅਦ ਸੁਪਰੀਮ ਕੋਰਟ ਨੂੰ ਤੇ ਕੇਂਦਰ ਸਰਕਾਰ ਨੂੰ ਬੇਨਤੀ ਕਰੀਏ ਕਿ ਭਾਈ ਸਾਨੂੰ ਆਉਣ ਜਾਣ 'ਚ ਟਾਈਮ ਬਹੁਤ ਲੱਗਦਾ, ਨਾਰਕੋ ਟੈਸਟ ਤੁਸੀਂ ਪੰਜਾਬ 'ਚ ਹੀ ਕਿਸੇ ਥਾਂ ਦੇ ਉੱਤੇ ਲੈਬੋਰਟਰੀ ਸਥਾਪਿਤ ਕਰੋ, ਉੱਥੇ ਹੀ ਆਪਣੇ ਬੰਦੇ ਬੁੰਦੇ ਭੇਜੋ। ਹੁਣ ਤੁਸੀਂ ਦੇਖੋ ਨਾ, ਆ ਥੋੜੇ ਦਿਨ ਪਹਿਲਾਂ ਮਜੀਠੀਆ ਸਾਹਿਬ ਨੇ ਕਿਹਾ ਸੀ ਕਿ ਭਾਈ ਕੁੰਵਰ ਵਿਜੇ ਪ੍ਰਤਾਪ ਦਾ ਚਾਹੀਦਾ, ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਬਾਦਲ ਸਾਹਿਬ ਦਾ ਚਾਹੀਦਾ। ਆ ਸਰਕਾਰੀ ਧਿਰ ਜਿਹੜੀ ਜਾਂਚ ਪੜਤਾਲ ਕਰਦੀ ਆ, ਇਹਨਾਂ ਨੇ ਅਦਾਲਤ ਦੇ ਵਿੱਚ ਜਾ ਕੇ ਬੇਨਤੀਆਂ ਕੀਤੀਆਂ ਕਿ ਭਾਈ ਆ ਜਿਹੜੇ ਸਾਬਕਾ ਪੁਲਿਸ ਅਧਿਕਾਰੀ ਨੇ ਇਹਨਾਂ ਦਾ ਚਾਹੀਦਾ। ਹੋਰ ਮੈਨੂੰ ਲੱਗਦਾ ਸਾਨੂੰ ਨਹੀਂ ਸਮਝ ਆਉਂਦੀ, ਇੱਕ ਲੀਡਰ ਅੱਜ ਆ ਕੇ ਕਹਿ ਦਿੰਦਾ, ਦੇਵਗੌੜਾ ਸਾਹਿਬ ਦੇ ਉਦਾਹਰਨ ਦੇ ਦਿੰਨਾ, ਦੇਵਗੌੜਾ ਸਾਹਿਬ ਪ੍ਰਧਾਨ ਮੰਤਰੀ ਰਹੇ ਆ, 10 ਸਾਲ ਪਹਿਲਾਂ ਇੱਕ ਟੀਵੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਪ ਦੀ ਕਰਨਾਟਕ ਦੀ ਇੱਕ ਕੰਪਨੀ ਦੇ ਖਿਲਾਫ ਕਹਿਤਾ ਸੀ ਇਹ ਲੁੱਟ ਕਰਦੀ ਆ, ਉਹਨਾਂ ਨੇ ਕੇਸ ਕਰ ਦਿੱਤਾ, 2 ਕਰੋੜ ਜੁਰਮਾਨਾ ਲੱਗਾ ਦੇਵਗੌੜਾ ਸਾਹਿਬ ਤੇ ਸਾਬਤ ਨਹੀਂ ਕਰ ਸਕੇ ਕਿ ਭਾਈ ਉਹ ਕੰਪਨੀ ਗਲਤ ਕਰਦੀ ਸੀ ਕਿ ਤੁਸੀਂ ਟੀਵੀ ਦੇ ਉੱਤੇ ਬੈਠ ਕੇ ਉਹਨੂੰ ਐਵੇਂ ਝਾੜੀ ਗਏ। ਅੱਜ ਸੰਧਾਲੀਆ ਸਾਹਿਬ ਪੰਜਾਬ 'ਚ ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਕਾਂਗਰਸ ਦੇ ਰੌਲਾ ਪਾਉਂਦੇ ਸੀ ਇਹ ਰੇਤਾ ਲੁੱਟ ਕੇ ਖਾ ਗਏ, ਰੇਤਾ ਲੁੱਟ ਕੇ ਖਾ ਗਏ। ਜਿਹੜੇ ਬੰਦੇ ਅਕਾਲੀ ਦਲ ਦੇ 2002 ਤੋਂ 2007 ਤੱਕ ਕੈਪਟਨ ਸਾਹਿਬ ਦੇ ਦੁਆਲੇ ਹੋਏ ਸੀ, ਨਸ਼ਾ ਵਿਕਦਾ, ਰੇਤਾ ਖਾ ਗਿਆ, ਨਸ਼ਾ ਵਿਕਦਾ, ਫਲਾਨਾ ਕੰਮ ਹੋ ਗਿਆ, ਕੁਝ ਵੀ ਨਹੀਂ ਸਾਬਤ ਹੋਇਆ ਨਾ ਉਹਨਾਂ ਤੋਂ ਨਾ ਉਹਨਾਂ ਤੋਂ। ਮੈਨੂੰ ਤਾਂ ਲੱਗਦਾ ਕਿ ਜਿਹੜੇ ਵੀ ਲੀਡਰਾਂ ਨੇ ਪਿਛਲੇ 15 ਸਾਲਾਂ 'ਚ ਪ੍ਰੈਸ ਕਾਨਫਰੰਸਾਂ ਕੀਤੀਆਂ, ਇੱਕ ਦੂਸਰੇ ਤੇ ਦੋਸ਼ ਲਾਏ, ਜਦੋਂ ਸੱਤਾ ਆ ਗਈ, ਸਰਕਾਰਾਂ ਆ ਗਈਆਂ, ਘੁੱਗੂ ਬਣ ਕੇ ਬਹਿ ਗਏ। ਆ ਪੰਜਾਬ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਹੋਰ ਕੁਝ ਦੇਣਾ ਦਿਓ, ਅਧਿਆਤੀ ਵਿਕਾਸ ਫੰਡ ਦੇਣਾ ਦਿਓ, ਨਹੀਂ ਦੇਣਾ ਨਾ ਦਿਓ, ਆ ਸਾਡੇ ਕਿਸਾਨਾਂ ਕੋਲ ਦੇਣਾ ਨਹੀਂ ਦਿਓ, ਉਹ ਕੋਈ ਗੱਲ ਨਹੀਂ, ਆ ਸਾਨੂੰ ਇੱਕ ਨਾਰਕੋ ਟੈਸਟ ਵਾਲਾ ਪ੍ਰਬੰਧ ਪੰਜਾਬ 'ਚ ਕਰ ਦਿਓ, ਸਾਨੂੰ ਆਉਣ ਜਾਣ 'ਚ ਸਮਾਂ ਬਹੁਤ ਲੱਗਦਾ। ਨਹੀਂ ਇਹ ਬੜਾ ਜ਼ਰੂਰੀ ਹੈ। ਜਾਂ ਤੇ ਦੇਖੋ ਨਾਰਕੋ ਟੈਸਟ ਮੈਂ ਸਮਝਾ ਦਿਆਂ ਵੀ ਮੋਟੀ ਜੀ ਗੱਲ ਹੈ ਵੀ ਝੂਠ ਫੜਨ ਵਾਲੀ ਮਸ਼ੀਨ ਦੇ ਨਾਲ, ਉਹ ਕਹਿੰਦੇ ਵੀ ਝੂਠ ਫੜਨ ਵਾਲੀ ਮਸ਼ੀਨ, ਮੈਨੂੰ ਐਂ ਲੱਗਦਾ ਜਿਹੜਾ ਲਾਗੇ ਰਜਿਸਟਰ ਰੱਖਿਆ ਹੋਣਾ ਨਾ,
ਉਹ ਤੇ ਬਹੁਤਾ ਰਿਜ਼ਲਟ ਇੱਕ ਖਾਨੇ ਜ਼ਿਲ੍ਹੇ ਹੋ ਜਾਣਾ, ਦੂਜਾ ਖਾਨਾ ਸਾਹਿਬ ਵੈਸੇ ਗੱਲ ਹੀ ਆ। ਮੈਂ ਗੱਲ ਕਰਦਾ ਉਹਨਾਂ ਚਾਹੀਦਾ ਇਦਾਂ ਖੈਰ ਵੀ ਜਾਂ ਤਾਂ ਉਹਦਾ ਤਰੀਕਾ ਤਰੂਕਾ ਕਿਤੇ ਆਪਣੇ ਪੰਜਾਬੀ ਲੱਭ ਲੈਣ, ਜੇ ਨਹੀਂ ਸਰਕਾਰ ਦਿੰਦੀ ਆਪ ਹੀ ਪੈਸੇ ਪਾ ਕੇ ਬਣਾ ਲੈਣ, ਆਪ ਹੀ ਟਰਾਲੀ ਤੇ ਲੱਦੀ ਹੋਵੇ ਹੈ ਨਾ, ਤੇ ਨਾਲੇ ਉੱਥੇ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਕਰਾ ਦਿਆ ਕਰਨ ਵੀ ਫਲਾਨਾ ਲੀਡਰ ਅੱਜ ਆ ਰਿਹਾ ਆਪਣੇ ਨਗਰ 'ਚ ਨਾਰਕੋ ਟੈਸਟ ਤੇ ਟਰਾਲੀ ਡੱਕੀ ਆ ਉੱਥੇ ਸਕੂਲ ਵਾਲੇ ਗਰਾਊਂਡੇ। ਮੈਨੂੰ ਐਂ ਲੱਗਦਾ ਕਿ ਭਾਸ਼ਣ ਦਿੰਦੇ ਟੈਸਟ ਹੋਣਾ, ਉਹ ਮਸ਼ੀਨ ਟਨ 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 ਹੋ ਜਾਂਦੀ ਜਦੋਂ ਮਾਈਕ ਤੇ ਬੋਲੇ ਉਧਰ ਤਾਰਾਂ ਲਾ ਲੈਣੀਆਂ ਆਪਾਂ, ਤੇ ਜਿਹੜੀ ਆਵਾਜ਼ ਆ ਉਹਦੀ ਟੂੰ ਟੂੰ ਦੀ ਨਿੱਕੀ ਨਾ ਆਵੇ, ਉਹਦੇ ਲਾਗੇ ਮਾਈਕ ਰਖਾ ਦੇਣਾ ਆਪਾਂ, ਮੁੰਡੇ ਨੂੰ ਕਹਿਤਾ ਸਪੀਕਰ ਵਾਲੇ ਨੂੰ, ਪੂਰੇ ਪਿੰਡ 'ਚ ਸੁਣਨਗੀਆਂ ਚੀਕਾਂ ਵੀ ਕਦੋਂ ਆਈ ਵੱਜੀ ਇਹ ਝੂਠ ਵਾਲੀ ਚੀਕ। ਮੈਨੂੰ ਹੋਰ ਲੱਗਦਾ ਸੰਧਾਲੀਆ ਸਾਹਿਬ ਨਹੀਂ, ਪਰ ਇੱਕ ਚੀਜ਼ ਮੈਂ ਬੇਨਤੀ ਕਰਦਾ, ਉਹ ਟਰਾਲੀ 'ਚ 2 ਮਿਸਤਰੀ ਰੱਖਣੇ ਪੈਣੇ, ਉਹ ਮਸ਼ੀਨ ਵਾਲੇ, ਕਿਉਂਕਿ ਮੈਨੂੰ ਇਹ ਗੱਲ ਪੱਕੀ ਆ ਵੀ ਘੰਟਾ ਨਹੀਂ ਕੱਢਿਆ ਕਰਨੀ, ਉਦੋਂ ਬਾਅਦ ਛੱਡ ਜਾਇਆ ਕਰਨੀ। ਉਹ ਨਹੀਂ ਬਹੁਤ ਜ਼ਰੂਰੀ ਆ, ਜਿੱਦਾਂ ਪਾਣੀ ਵਾਲਾ ਫਿਲਟਰ ਜਿਹੜਾ ਹੁੰਦਾ ਨਾ, ਉਹ ਝਾਟੀ ਕਾਲਾ ਜਿਹਾ ਹੋ ਜਾਂਦਾ, ਜੋ ਮਸ਼ੀਨ 'ਚ ਵੀ ਫਿਲਟਰ ਹੋਇਆ ਝਾਟੀ ਕਾਲਾ ਹੋ ਜਾਣਾ। ਇੱਕ ਹੋਰ ਆ, ਮੈਂ ਕਹਿੰਦਾ ਕਿ ਉਦਾਂ ਵੀ ਰੱਖ ਲਈਏ, ਮੰਨ ਲਓ ਕਿ ਜੇ ਕੋਈ ਲੀਡਰ ਢਿੱਲਾ ਹੈ, ਜੇ ਕੋਈ ਲੀਡਰ ਕਹਿੰਦਾ ਮੈਂ ਘਰੋਂ ਬਾਹਰ 15 ਦਿਨ ਫੇਰ ਵੀ ਕਰਾ ਲਿਆ ਕਰੀਏ। ਅੱਛਾ, ਫੇਰ ਵੀ ਨਹੀਂ, ਪਰ ਇਹ ਵੀ ਹੋ ਸਕਦਾ ਵੀ ਥੋੜਾ ਚਿਰ ਤਾਂ ਉਹਨਾਂ ਨੇ ਕੰਮ ਕਰਨਾ, ਉਦੋਂ ਬਾਅਦ ਉਹ ਨਾਰਕੋ ਟੈਸਟ ਮਸ਼ੀਨ ਚਲਾਉਣ ਵਾਲਾ ਵੀ ਗੰਢ ਧੁੱਪ ਕਰ ਲੈਣਾ, ਤੂੰ ਵੀਰ ਤਾਰ ਲਾ ਛੱਡਣੀ, ਟੂੰ ਟੂੰ ਕਰਨਾ ਹੈ ਨਾ, ਆਪਾਂ ਤੇਰਾ ਸੋਚ ਲਾਂਗੇ, ਹੋਰ ਸਿਆਪਾ ਨਾ ਪਾ ਦੀ ਉੱਥੇ। ਹੋ ਸਕਦਾ ਮਸ਼ੀਨ ਹੀ ਕਹਿਣ ਚਾਈਨਾ ਤੋਂ ਮੰਗਾਓ, ਜਿਹੜੀ ਆਪੇ ਬੰਦ ਹੋ ਜਾਵੇ ਕਦੀ ਵੀ। ਇੱਕ ਗੱਲ ਹੋਰ, ਪਰ ਬਾਅਦ ਚ ਇਹ ਨਾ ਹੋਵੇ ਜਿਹੜਾ ਨਾਰਕੋ ਟੈਸਟ ਕਰਨ ਵਾਲਾ ਬੰਦਾ ਲਈ ਫਿਰਦੇ, ਬਾਅਦ ਚ ਲੋਕ ਡਿਮਾਂਡ ਕਰਨ ਇਹਦਾ ਨਾਰਕੋ ਟੈਸਟ ਕਰਾਓ। ਮੈਨੂੰ ਸੰਧਾਲੀਆ ਸਾਹਿਬ ਪਤਾ ਕੀ ਲੱਗਦਾ, ਜੇ ਨਾਰਕੋ ਟੈਸਟ ਦਾ ਐਡਾ ਰੌਲਾ ਪੈ ਗਿਆ ਝੂਠ ਸੱਚ ਫੜਨ ਵਾਲੀ ਮਸ਼ੀਨ ਦਾ, ਕਿ ਭਾਈ ਉਹਦੇ ਵਿੱਚ ਦੀ ਲੀਡਰ ਨੂੰ 15 ਦਿਨ ਹੀ ਕੱਢਣਾ, ਫਿਰ ਹੋ ਸਕਦਾ ਕਿਉਂਕਿ ਗੱਲ ਝੂਠ ਹੀ ਬੋਲਣਾ ਹੀ, ਝੂਠ ਹੀ ਬੋਲਿਆ ਕਿ ਭਾਈ ਭ੍ਰਿਸ਼ਟਾਚਾਰ ਮੁਕਾਤਾ ਸਾਰਿਆਂ ਨੇ, ਝੂਠ ਹੀ ਬੋਲਿਆ ਕਿ ਭਾਈ ਨਸ਼ਾ ਹੈ ਨਹੀਂ ਸਾਰਿਆਂ ਨੇ, ਝੂਠ ਹੀ ਬੋਲਿਆ ਕਿ ਵਧੀਆ ਪ੍ਰਬੰਧ ਦਿੱਤਾ, ਝੂਠ ਹੀ ਬੋਲਿਆ ਕਿ ਭ੍ਰਿਸ਼ਟਾਚਾਰ ਹੈ ਨਹੀਂ, ਝੂਠ ਹੀ ਬੋਲਿਆ ਪਿਛਲਿਆਂ ਨੇ ਕਿ ਭਾਈ ਰੁਜ਼ਗਾਰ ਦੇਤਾ, ਝੂਠ ਹੀ ਇਹਨਾਂ ਨੇ ਬੋਲਿਆ। ਮੈਂ ਕਹਿੰਦਾ ਕਿ ਸਿੱਧੇ ਤੌਰ ਦੇ ਉੱਤੇ ਕਹਾਣੀ ਆਪਾਂ ਇਦਾਂ ਕਰ ਲਈਏ ਕਿ ਜਿਹੜੇ ਵੀ ਬੰਦੇ ਨੇ, ਜਿਹੜੇ ਵੀ ਲੀਡਰ ਨੇ, ਉਹ ਸਿੱਧੇ ਤੌਰ ਦੇ ਉੱਤੇ ਇਦਾਂ ਹੀ ਕਹਿਣਗੇ ਮੈਨੀਫੈਸਟੋ ਦੇ ਵਿੱਚ, ਆਹ ਦੇਖੋ ਜੀ, ਆਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਗੱਲ ਆ ਗਈ ਨਾਰਕੋ ਟੈਸਟ ਦੀ, ਅਸੀਂ ਤੁਹਾਨੂੰ ਭਰੋਸਾ ਦਿੰਨੇ ਆ, ਸਾਡੀ ਸਰਕਾਰ ਬਣਾਓ, ਅਸੀਂ ਨਾਰਕੋ ਟੈਸਟ ਦੀਆਂ ਮਸ਼ੀਨਾਂ ਪੰਜਾਬ ਦੇ ਪਿੰਡ-ਪਿੰਡ ਚਲਾ ਦਿਆ ਕਰਾਂਗੇ, ਲੀਡਰ ਜਦੋਂ ਸੁੱਤਾ ਉੱਠਿਆ ਕਰੂਗਾ ਉਸੇ ਵੇਲੇ ਨਾਰਕੋ ਟੈਸਟ ਹੋਊਗਾ, ਅਸੀਂ ਝੂਠ ਇੱਥੇ ਰਹਿਣ ਹੀ ਨਹੀਂ ਦੇਣਾ। ਵਾਅਦੇ ਹੋਣ ਲੱਗ ਪੈਣੇ ਆ, ਜੇ ਆਟਾ ਦਾਲ ਘਿਓ ਖੰਡ ਸਾਰਾ ਕੁਝ ਦਿੱਤਾ ਜਾ ਸਕਦਾ, ਜੇ ਕਾਗਜ਼ਾਂ ਦੇ ਵਿੱਚ 16 ਲੱਖ ਨੌਕਰੀਆਂ ਦਿੱਤੀਆਂ ਜਾ ਸਕਦੀਆਂ, ਜੇ ਪਿਛਲੇ ਵਾਲੇ ਪਾਸੇ ਕਹਿੰਦੇ ਪਿਛਲੀ ਸਰਕਾਰ ਵਾਲੇ ਬਹੁਤ ਵਧੀਆ ਕੰਮ ਕੀਤਾ, ਪਾਣੀ ਵਾਲੀਆਂ ਬੱਸਾਂ ਚਲਾਤੀਆਂ, ਇਹਨਾਂ ਨੇ ਬਠਿੰਡੇ ਵਾਲੇ ਥਰਮਲ ਦੇ ਵਿੱਚ ਧੂਆਂ ਕੱਢ ਦਿੱਤਾ ਐਤਕੀ ਵਾਅਦਾ ਕਰਕੇ, ਤਾਂ ਨਾਰਕੋ ਟੈਸਟ ਦੀਆਂ ਮਸ਼ੀਨਾਂ ਵੀ ਤੇ ਲਾਈ ਸਕਦੇ ਆ। ਨਹੀਂ, ਬਿਲਕੁਲ ਲਾ ਸਕਦੇ। ਸੋ ਇਹ ਦੇਖੋ ਜੀ, ਬਹੁਤ ਛੇਤੀ ਹੋ ਸਕਦਾ ਵੀ ਇਹ ਗੱਲਬਾਤ ਇੱਧਰ ਨੂੰ ਚੱਲ ਪਏ, ਪਰ ਇਹ ਸਾਰੇ ਕੁਝ ਇੱਕ ਆਪਾਂ ਉਸੇ ਮਸਲੇ ਤੇ ਦੁਬਾਰਾ ਆ ਜਾਈਏ। ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਜ਼ਿਕਰ ਚੱਲਦਾ ਹੈ ਸਾਰੀ ਜਾਂਚ ਦੇ ਵਿੱਚ, ਕਿਉਂਕਿ ਜਾਂਚ ਹੀ ਦੁਬਾਰਾ ਹੋਈ। ਹੁਣ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਚਲ ਗਈ, ਬਕਾਇਦਾ ਕੇਜਰੀਵਾਲ ਸਾਹਿਬ ਟਿਕਟ ਖਰਚ ਕੇ ਆਏ ਦਿੱਲੀੋਂ ਮਾਰ, ਹੈ ਨਾ। ਹੁਣ ਸੁਖਰਾਜ ਸਿੰਘ, ਉਹ ਜਿਹੜਾ ਗੋਲੀ ਚੱਲਦੀ ਹੈ ਵਹਿਬਲ ਕਲਾਂ, ਉੱਥੇ ਕਿਸ਼ਨ ਭਗਵਾਨ ਹੋਰਾਂ ਦੀ ਮੌਤ ਹੁੰਦੀ ਹੈ, ਉਹਨਾਂ ਦੇ ਸਪੁੱਤਰ ਨੇ, ਉਹ ਕੇਸ ਵੀ ਲੜਦੇ ਪਏ ਆ, ਕੋਟਕਪੂਰਾ ਵਾਲਾ ਵੱਖਰਾ, ਵਹਿਬਲ ਕਲਾਂ ਵਾਲਾ ਵੱਖਰਾ। ਹੁਣ ਉਹ ਕਹਿੰਦੇ ਮੈਨੂੰ ਬੜਾ ਦੁੱਖ ਹੋਇਆ ਵੀ ਆਹ ਸਾਰਾ ਕੁਝ ਬੰਦੇ ਨੇ ਕੀਤਾ। ਉਹ ਕਹਿੰਦੇ ਵੀ ਅਕਾਲੀ ਦਲ ਤਾਂ ਉਦੋਂ ਦਾ ਹੀ ਕਹਿੰਦਾ ਸੀ ਵੀ ਬੰਦਾ ਆਮ ਆਦਮੀ ਪਾਰਟੀ ਦਾ, ਬੰਦੇ ਦੇ ਕੋਈ ਸਿਆਸੀ ਮਨਸ਼ਾਵਾਂ ਲੱਗਦੀਆਂ, ਉਦੋਂ ਕਹਿੰਦੇ ਸਾਨੂੰ ਯਕੀਨ ਨਹੀਂ ਆਉਂਦਾ ਸੀ, ਹੁਣ ਆਹ ਸਾਰਾ ਕੁਝ ਅੱਖੀਂ ਵੇਖ ਲਿਆ ਤੇ ਬਹੁਤ ਦੁੱਖ ਹੋਇਆ ਭਾਈ ਸਾਹਿਬ ਵੀ ਸਾਡੇ ਜਿਹੜੇ ਪਰਿਵਾਰ ਦੇ ਜੀ ਤੁਰ ਗਏ, ਤੇ ਅਸੀਂ ਤਾਂ ਜਾਂਚ ਭਾਲਦੇ ਹਾਂ ਵੀ ਕੁਛ ਨਾ ਕੁਛ ਪਤਾ ਲੱਗੇ, ਤੇ ਜਿਹੜੇ ਬੰਦੇ ਨੇ ਜਾਂਚਾਂ ਕਰਨੀਆਂ ਉਹ ਰਾਜਨੀਤੀ ਵਾਲੇ ਪਾਸੇ ਤੁਰੇ ਫਿਰਦੇ। ਸੰਧਾਲੀਆ ਸਾਹਿਬ ਦੇਖੋ, ਉਹ ਪਰਿਵਾਰ ਸਿਆਸੀ ਨਹੀਂ ਹੈਗੇ, ਉਹਨਾਂ ਪਰਿਵਾਰਾਂ ਦਾ ਸਿਆਸੀ ਤੌਰ ਤੇ ਕੋਈ ਲੈਣਾ ਦੇਣਾ ਨਹੀਂ, ਉਹਨਾਂ ਦਾ ਕੰਮ ਹੈਗਾ ਸਿੱਧਾ ਕੰਮ ਇਨਸਾਫ ਭਾਲਦਾ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਭਾਈ ਸਾਨੂੰ ਨੌਕਰੀਆਂ ਦੇ ਦਿਓ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਸਾਨੂੰ ਬਹੁਤ ਕੁਝ ਦੇ ਦਿਓ ਜਾਂ ਮਹੀਨੇ ਦਾ ਲੱਖ ਰੁਪਈਆ ਸਾਡੇ ਘਰੇ ਆਉਣਾ ਹੀ ਚਾਹੀਦਾ। ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਸਰਕਾਰ ਕਿਹੜੀ ਆ ਤੇ SIT ਕਿਹੜੀ ਆ ਤੇ ਕਮਿਸ਼ਨ ਕਿਹੜਾ, ਉਹ ਸਿਰਫ ਇਨਸਾਫ ਭਾਲਦੇ ਆ ਕਿ ਭਾਈ ਗੋਲੀ ਕਿਹਨੇ ਚਲਾਈ, ਕੀ ਗੋਲੀ ਚਲਾਉਣੀ ਜ਼ਰੂਰੀ ਸੀ ਜਾਂ ਉੱਪਰੋਂ ਹੁਕਮ ਦਿੱਤਾ, ਜੇ ਹੁਕਮ ਦਿੱਤਾ ਤਾਂ ਕਿਹਨੇ ਦਿੱਤਾ ਤੇ ਕਿਉਂ ਦਿੱਤਾ, ਇੰਨੀ ਕੁ ਗੱਲ ਭਾਲਦੇ ਆ। ਪਰ ਜਿਹੜੇ ਬੰਦੇ ਤੋਂ ਆਸਾਂ ਉਮੀਦਾਂ ਉਹਨਾਂ ਨੂੰ ਕਦੇ ਹੁੰਦੀਆਂ, ਸਰਕਾਰ ਪਿਛਲੀ ਤੋਂ ਹੋਣਗੀਆਂ, ਐਤਕੀ ਵਾਲੀ ਤੋਂ ਹੋਣਗੀਆਂ, ਇੱਕ ਕਮਿਸ਼ਨ ਤੋਂ ਹੋਣਗੀਆਂ, ਦੂਸਰੀ ਕਮਿਸ਼ਨ ਤੋਂ ਹੋਣਗੀਆਂ, ਇੱਕ SIT ਤੋਂ ਹੋਣਗੀਆਂ, ਦੂਸਰੀ SIT ਤੋਂ ਹੋਣਗੀਆਂ, ਇਨਸਾਫ ਮਿਲੇ ਨਾ, ਜੇ ਬੰਦੇ ਇੱਧਰ ਉੱਧਰ ਚਲ ਜਾਣ ਤਾਂ ਫਿਰ ਦਿਲ ਦਾ ਦਰਦ ਜ਼ੁਬਾਨ ਤੇ ਤਾਂ ਆਉਣਾ ਹੀ ਆ। ਬਸ ਸੋ ਇਹ ਚਰਚਾ ਵੱਖਰੀ ਤਰ੍ਹਾਂ ਦੀ ਚੱਲ ਪਈ ਹੈ ਜੀ ਇਸ ਵਕਤ। ਕੁੱਲ ਮਿਲਾ ਕੇ ਬੇਅਦਬੀ ਕਾਂਡ ਨੂੰ ਲੈ ਕੇ ਉਹਦੀ ਨਵੀਂ SIT ਜਿਨ੍ਹਾਂ ਨੇ ਪਹਿਲਾਂ ਜਾਂਚ ਕੀਤੀ ਸੀ, ਉਹ ਬੰਦਾ ਕਿੱਧਰ ਚਲਾ ਗਿਆ, ਉਸ ਤੋਂ ਬਾਅਦ ਕੋਈ ਨਾਰਕੋ ਟੈਸਟ ਦੀਆਂ ਡਿਮਾਂਡਾਂ ਕਰੀ ਜਾਂਦਾ, ਰਾਜਕਰ ਦੀ ਧਿਰ ਜਿਹੜੀ ਉਹਨਾਂ ਦੇ ਅਜੇ ਤੱਕ ਬੰਦੇ ਸੈੱਟ ਨਹੀਂ ਹੋਣ ਡਿਆ ਕਿ ਕਿਹੜਾ ਮੁੱਖ ਮੰਤਰੀ ਬਣਾਉਣਾ, ਕਿਹੜਾ ਉਪ ਮੁੱਖ ਮੰਤਰੀ ਬਣਾਉਣਾ। ਪਰ ਇਹ ਸਾਰੇ ਕੁਛ 'ਚ ਇੱਕ ਚੀਜ਼ ਤਾਂ ਹੈਗੀ ਹੈ ਵੀ ਦੱਬਿਆ ਜਿਹਾ ਕੰਮ ਅਕਾਲੀ ਦਲ ਵਾਲੇ ਦੱਬੀ ਆਉਂਦੇ ਆ। ਪ੍ਰਸ਼ਾਂਤ ਕਿਸ਼ੋਰ ਦਾ ਨਾਂ ਤਾਂ ਹਰੇਕ ਨੇ ਸੁਣਿਆ ਸੀ, ਭਾਈ ਸਾਹਿਬ ਬਹੁਤ ਵੱਡੇ ਰਣਨੀਤੀਕਾਰ ਨੇ। ਹੁਣ ਇੱਕ ਸੁਨੀਲ ਕਰਕੇ ਸ਼ਖਸ ਹੈ, ਉਹਦਾ ਨਾਮ ਮੈਨੂੰ ਪੂਰਾ ਨਹੀਂ ਯਾਦ, ਮੈਂ ਪਤਾ ਨਹੀਂ ਲੈਣ ਲੱਗਾ ਗਲਤ ਆ ਝੂਠ ਆ, ਮੈਂ ਪੰਜਾਬੀ ਦੱਸ ਦੂੰ। ਕਾਨੂੰ ਗੋਲੂ ਸੁਣਿਆ ਕਦੀ?
ਕਾਨਾ ਤੇ ਗੋਲੂ। ਹਾਂ, ਕਾਨੂੰ ਗੋਲੂ ਨਹੀਂ, ਕਾਨਾ ਨਹੀਂ, ਕਾਨੂੰ ਨਹੀਂ ਗੋਲੂ। ਮੈਂ ਕਿਹਾ ਔਂਕੜ ਤੇ ਲੰਕੜ ਦਾ ਪਾਵਾਂਗੇ ਜੇ ਚੇਤੇ ਰੱਖਣ ਦੇ ਹਿਸਾਬ ਨਾਲ ਹੁੰਦਾ ਨਾ, ਸ਼ਬਦ ਤੋੜ ਤੋੜ ਕੇ ਚੇਤੇ ਕਰੀ ਦੇ ਕਰੀ। ਹਾਂ, ਮਤਲਬ ਇਹ ਹੋ ਗਿਆ ਵੀ ਸੁਨੀਲ ਕਾਨੂੰ ਗੋਲੂ ਕਰਕੇ ਸ਼ਖਸ ਹੈ, ਉਹ ਕੋਈ ਨਵਾਂ ਬੰਦਾ ਨਹੀਂ ਹੈਗਾ, ਬਹੁਤ ਪੁਰਾਣਾ ਰਣਨੀਤੀ ਘਾੜਾ। ਪਹਿਲਾਂ ਉਹਨੇ ਕਈਆਂ ਸਟੇਟਾਂ ਦੇ ਵਿੱਚ ਬੀਜੇਪੀ ਨੂੰ ਵੀ ਜਿਤਾਇਆ, ਈਵਨ ਮੋਦੀ ਸਾਹਿਬ ਨੂੰ ਵੀ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ ਉਹਦਾ ਹੱਥ ਸੀ। ਅੱਜ ਆਪਾਂ ਲੇਟੈਸਟ ਗੱਲ ਕਰ ਲਈ ਤਮਿਲਨਾਡੂ ਦੇ ਵਿੱਚ ਡੀਐਮਕੇ ਵਾਲੀ ਦੀ ਬੜੀ ਸਰਕਾਰ, ਉਹ ਬਣਾਉਣ ਵਾਲਾ ਵੀ ਉਹੀ ਬੰਦਾ। ਹੁਣ ਉਸ ਬੰਦੇ ਦੇ ਨਾਲ ਕਹਿੰਦੇ ਕਿ ਸੈਟਲਮੈਂਟ ਕਰ ਲਈਏ, ਚੰਡੀਗੜ੍ਹ ਬੰਦਾ ਉਹ ਆ ਗਿਆ, ਕਿਉਂਕਿ ਦਬੀ ਜੀ ਧੁਖਦੀ ਹੈ ਨਾ। ਮੈਂ ਹੁਣ ਰੁਪਈਏ ਦੀ ਗੱਲ ਨਹੀਂ ਕਰਨੀ, ਕੱਲ੍ਹ ਤੁਸੀਂ ਮੇਰੇ ਨਾਲ ਮਾੜੀ ਕੀਤੀ। ਪ੍ਰਸ਼ਾਂਤ ਕਿਸ਼ੋਰ ਹੋਰਾਂ ਨੂੰ ਕਹਿੰਦੇ ਕਾਂਗਰਸ ਪਾਰਟੀ ਨਾਲ ਰੱਖ ਲਿਆ, ਅਤੇ ਹੁਣ ਉੱਦਾਂ ਦਾ ਹੀ ਰਣਨੀਤੀ ਘਾੜਾ ਅਕਾਲੀ ਦਲ ਵਾਲਿਆਂ ਲੈ ਆਂਦਾ ਵੀ ਸੁਨੀਲ ਕਾਨੂੰ ਗੋਲੂ ਹੋਰੀ ਹੁਣ ਸਾਨੂੰ ਦੱਸਣਗੇ ਵੀ ਪੰਜਾਬ ਜਿੱਤਣਾ ਕਿੱਦਾਂ। ਬਹੁਤ ਸਿਆਣੀ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ। ਪਹਿਲਾਂ ਕਾਂਗਰਸ ਪਾਰਟੀ ਵਾਲਿਆਂ ਨੂੰ ਵਧਾਈਆਂ, ਉਹਨਾਂ ਨੇ ਲਿਆਂਦਾ ਸੀ ਪਿਛਲੀ ਵਾਰੀ ਵੀ ਬੰਦਾ, ਤੇ ਐਤਕੀ ਅਕਾਲੀਆਂ ਨੇ ਵੀ ਲਿਆਂਦਾ, ਦੋਨਾਂ ਨੂੰ ਵਧਾਈਆਂ, ਕਿਤੇ ਇਕੱਠੇ ਹੁਣ ਤਾਂ ਵਧਾਈਆਂ ਦਈਏ। ਹੁਣ ਇਹ ਬਿਲਕੁਲ ਉੱਦਾਂ ਦੀ ਗੱਲ ਹੈ ਸੰਧਾਲੀਆ ਸਾਹਿਬ, ਅਕਾਲੀਆਂ ਦੀ 10 ਸਾਲ ਸਰਕਾਰ ਰਹੀ ਪੰਜਾਬ 'ਚ, ਕੈਪਟਨ ਸਾਹਿਬ ਤਾਂ ਸਰਕਾਰ 'ਚ ਨੇ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਜਿਹੜਾ ਕੰਮ ਕੀਤਾ ਹੋਇਆ, ਉਹ ਕੀਤੇ ਕੰਮ ਹੋਏ ਨੂੰ ਲੋਕਾਂ ਨੂੰ ਦਿਖਾਉਣ ਨੂੰ ਵੀ ਵਿੱਚ ਬੰਦਾ ਚਾਹੀਦਾ। ਹੁਣ ਤੀਜਾ ਬੰਦਾ, ਹਾਂ ਤੀਜਾ ਮਤਲਬ ਵੀ ਰਾਜ ਮੈਂ ਕਰਦਾ, ਸਟੇਟ ਮੇਰੀ, ਲੋਕ ਮੇਰੇ, ਪਰ ਤੀਜਾ ਬੰਦਾ ਆਣ ਕੇ ਮੈਨੂੰ ਸਕੀਮ ਦੱਸੇ ਵੀ ਮੈਂ ਦੁਬਾਰਾ ਕੁਰਸੀ ਤੇ ਕਿੱਦਾਂ ਬੈਠਾਂ। ਜਾਣੀ ਕੁੱਲ ਮਿਲਾ ਕੇ ਗੱਲ ਇਦਾਂ ਕਿ ਗੁਰਪ੍ਰੀਤ ਸੰਧਾਲੀਆ ਨੂੰ ਕੋਈ ਮਿਲਣਾ ਵੇ, ਗੁਰਪ੍ਰੀਤ ਸੰਧਾਲੀਆ ਨੂੰ ਕੋਈ ਮਿਲਣਾ ਵੇ, ਜਾਂ ਗੁਰਪ੍ਰੀਤ ਸੰਧਾਲੀਆ ਨੂੰ ਲੱਗੇ ਮੈਂ ਰੁਪਈਏ ਵਾਲੀ ਗੱਲ ਨਹੀਂ ਕਰਨ ਲੱਗਾ, ਭੂਮਿਕਾ ਜੀ ਜਿੱਦਾਂ ਬਣਨਾ ਮੈਨੂੰ ਡਰ ਲੱਗਦਾ, ਮੈਂ ਗਲਤ ਗੱਲ ਨਹੀਂ ਕਰਨ ਲੱਗਿਆ। ਤੇ ਮੈਂ ਐਵੇਂ ਬਾਹ ਫੜੀ ਫਿਰ, ਇਹ ਗੁਰਪ੍ਰੀਤ ਸੰਧਾਲੀਆ ਨੇ, ਇਹ ਉਹੀ ਬੰਦੇ ਨੇ ਜਿਹਨਾਂ ਨੇ ਸ਼ੇਵ ਕਰਾਈ ਸੀ, ਇਹ ਉਹੀ ਬੰਦੇ ਨੇ ਜਿਹਨਾਂ ਦੇ ਦਾੜੀ ਫੇਰ ਆ ਗਈ ਆ, ਇਹ ਉਹੀ ਬੰਦੇ ਨੇ ਇਹ ਜਿਹੜੇ ਖਬਰਾਂ ਪੜ੍ਹਦੇ ਆ, ਇਹੀ ਬੰਦੇ ਨੇ। ਉਹ ਯਾਰ ਤੁਸੀਂ ਚੰਗੇ ਤਰੀਕੇ ਦੇਖੋ, ਆਹੀ ਤਾਂ ਬੰਦੇ ਨੇ ਜਿਹੜੇ ਬਹੁਤ ਵਧੀਆ ਖਬਰਾਂ ਪੜ੍ਹਦੇ ਆ। ਉਹ ਯਾਰ ਇਹ ਖਬਰਾਂ ਪੜ੍ਹਦੇ ਆ, ਜਾਣੀ ਹੁਣ ਤੁਸੀਂ ਦੇਖੋ, ਜੇ ਅਕਾਲੀ ਦਲ ਨੂੰ ਲੋੜ ਪੈ ਗਈ, ਲੋੜ ਪਤਾ ਕਾਹਦੇ ਲਈ ਪੈ ਗਈ, ਹੁਣ ਫਿਰ ਦੱਸਣਾ ਵੀ ਬਹੁਤ ਜ਼ਰੂਰੀ ਹੈ ਨਾ ਕਿ ਦੇਖੋ ਜਿਹੜੇ ਕੰਮ ਅਸਾਂ ਸ਼ੁਰੂ ਕੀਤੇ ਸੀ ਉਹੀ ਚੱਲਦੇ ਆ। ਪਾਣੀ ਵਾਲੀ ਬੱਸ ਕਹੀ ਸੀ, ਉਹ ਅਜੇ ਵੀ ਚੱਲਦੀ ਆ, ਉਹ ਆਪ ਜਾ ਕੇ ਲੋਕਾਂ ਨੂੰ ਹੱਥ ਫੜ ਕੇ ਦਿਖਾਊ। ਹਾਂ, ਹੁਣ ਅਗਲੀ ਗੱਲ ਹੋ ਸਕਦਾ ਝੂਟੇ ਵੀ ਦੇ ਦੇਣ ਵਿੱਚ ਉਹਦੇ। ਹੁਣ ਇਹ ਵੀ ਹੋ ਸਕਦਾ ਵੀ ਮਤਲਬ ਬਾਅਦ ਬੰਦਾ ਕਿਤੇ ਚੜ੍ਹਦੇ ਆ ਪੈਰ ਤਲ ਕੇ ਉਹਦੇ ਨਹਿਰ 'ਚ ਜਾ ਡਿੱਗੇ, ਫਿਰ ਉਹਨੂੰ ਕਹਿਣਾ ਵੀ ਤੈਨੂੰ ਦੀਦਾ ਨਹੀਂ, ਧਿਆਨ ਨਾਲ ਵੇਖਣਾ ਸੀ, ਇੰਨਾ ਸਭ ਲਿਆਂਦੇ ਆ। ਹਾਂ, ਥੋੜੀ ਜਿਹੀ ਐਨਕ ਵੱਖਰੀ ਲਾ ਫਿਰ ਦਿਸੂਗੀ ਬਸ। ਹੋ ਸਕਦਾ ਕਿ ਉਹ ਦੋਨੋਂ ਬੰਦੇ ਕਿਉਂਕਿ ਇਕੱਠੇ ਵੀ ਕੰਮ ਕਰਦੇ ਰਹੇ, ਇੱਕ ਇੱਕ ਪਾਰਟੀ ਲਈ ਵੀ, ਉਧਰਲੇ ਪਾਸੇ ਵਾਲੇ ਵੀ ਤੇ ਇਧਰਲੇ ਪਾਸੇ ਵਾਲੇ ਵੀ। ਹੁਣ ਉਹ ਦੋਨੋਂ ਬੰਦੇ ਹੋ ਸਕਦਾ ਕਿ ਤਕਾਲਾ ਨੂੰ ਟੈਲੀਫੋਨ ਦੇ ਉੱਤੇ, ਯਾਰ ਫਿਰ ਤੂੰ ਕਿਹੜਾ ਸਲੋਗਨ ਬਣਾਇਆ, ਉਹ ਕਹੇ ਮੈਂ ਤਾਂ ਸਿੱਧੇ ਤੌਰ ਦੇ ਉੱਤੇ ਕੈਪਟਨ ਸਾਹਿਬ ਦੀ ਦੁਬਾਰਾ ਸਰਕਾਰ ਲਿਆਉਂਦੀ। ਅੱਛਾ, ਜੇ ਤੂੰ ਆਹ ਬਣਾਇਆ ਤੇ ਮੈਂ ਇੱਧਰ ਬਾਦਲ ਸਾਹਿਬ ਦੇ ਲਈ ਫਿਰ ਆਹ ਬਣਾ ਦਿੰਨਾ। ਤੁਸੀਂ ਇਹ ਦੇਖੋ ਕਿ ਜਵਾਬ ਕਾਂਗਰਸੀਆਂ ਦੇ ਕੋਲ ਵੀ ਤੇ ਅਕਾਲੀਆਂ ਦੇ ਕੋਲੇ ਵੀ ਹੈ ਕੀ। ਦੋਨਾਂ ਦੀਆਂ ਸਰਕਾਰਾਂ ਰਹੀਆਂ, ਦੋਨਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ, ਦੋਨਾਂ ਨੇ ਬੰਦੇ ਅਪਾਇੰਟ ਕੀਤੇ ਜਿੱਦਾਂ ਮਾਂ ਕਰਦੀ ਹੁੰਦੀ ਨਾ, ਮੇਰਾ ਪੁੱਤ ਸਭ ਤੋਂ ਸੋਹਣਾ, ਮੇਰੇ ਪੁੱਤ ਜਿੰਨਾ ਸੋਹਣਾ ਹੀ ਕੋਈ ਨਹੀਂ, ਮੇਰਾ ਪੁੱਤ ਹੀਰੋ, ਮੇਰੇ ਪੁੱਤ ਦੇ ਵਾਲ ਕਿੰਨੇ ਸੋਹਣੇ, ਉਹ ਭਾਵੇਂ ਟਿੰਡ ਪਈ ਹੋਵੇ ਉਹਨੂੰ ਫੇਰ ਵੀ ਲੱਗੀ ਜਾਣਾ ਕਿ ਭਾਈ ਇਹਦੇ ਵਾਲ ਦੁਨੀਆ ਦੇ ਵਿੱਚ ਸਭ ਤੋਂ ਵੱਧ ਸੋਹਣੇ ਆ। ਸੰਧਾਵਾਲੀਆ ਸਾਹਿਬ ਇਸ ਵੇਲੇ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਵੇਂ ਉਹ ਕਰਨਾਟਕ ਵਾਲਾ ਬੰਦਾ ਲੈ ਕੇ ਆ ਗਿਆ ਅਕਾਲੀ, ਭਾਵੇਂ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸੀ ਲੈ ਕੇ ਆ ਗਏ, ਰੇਤਾ ਦੀ ਖੱਡ ਤੇ ਖੜ ਜਾਣ ਦੋਨੋਂ ਪਾਰਟੀਆਂ ਆਪੋ ਆਪਣੇ ਬੰਦੇ ਨੂੰ ਲੈ ਕੇ, ਉੱਥੇ ਜਾ ਕੇ ਪੰਜਾਬ ਦੇ ਲੋਕਾਂ ਨੂੰ ਸਾਨੂੰ ਦੱਸਣ ਕਿ ਕਿੱਦਾਂ ਸਮਝਾਉਣਗੇ ਕਿ ਭਾਈ ਆ ਉਹੀ ਖੱਡ ਹੈ ਜਿਹਦੇ ਵਿੱਚੋਂ ਇਹਨਾਂ ਵਾਰੀ ਵੀ ਮਹਿੰਗੀ ਰੇਤਾ ਤੇ ਇਹਨਾਂ ਵਾਰੀ ਵੀ ਮਹਿੰਗੀ ਰੇਤਾ। ਦੋਨੋਂ ਜਣੇ ਆਪੋ ਆਪਣੀ ਪਾਰਟੀ ਦੇ ਲੀਡਰਾਂ ਨੂੰ ਲੈ ਕੇ ਪੰਜਾਬ ਦੇ ਉਹਨਾਂ ਘਰਾਂ ਦੇ ਵਿੱਚ ਚਲੇ ਜਾਣ ਜਿਨ੍ਹਾਂ ਦੇ ਪੁੱਤ ਨਸ਼ਿਆਂ ਦੇ ਕਰਕੇ ਜਹਾਨੋਂ ਚਲੇ ਗਏ, ਜਿਨ੍ਹਾਂ ਕਿਸਾਨਾਂ ਨੇ ਸੁਸਾਈਡ ਕਰ ਲਿਆ, ਜਿਨ੍ਹਾਂ ਮਜ਼ਦੂਰਾਂ ਨੇ ਸੁਸਾਈਡ ਕਰ ਲਿਆ। ਦੋਨੋਂ ਜਣੇ ਸਿੱਧੇ ਤੌਰ ਦੇ ਉੱਤੇ ਜਾਣ ਕਿੱਥੇ ਜਾਣ, ਉੱਥੇ ਪਟਿਆਲੇ ਦੇ ਨੇੜੇ 260 ਫੁੱਟ ਉੱਚਾ ਮੋਬਾਈਲ ਵਾਲਾ ਟਾਵਰ ਜਿਹਦੇ ਉੱਤੇ ਸੁਰਿੰਦਰਪਾਲ ਬੈਠਾ, ਚੌਥਾ ਦਿਨ ਹੋ ਗਿਆ, ਮਰਨ ਵਰਤ ਸ਼ੁਰੂ ਹੈ, ਜਾਂ ਮੁਹਾਲੀ ਚਲੇ ਜਾਣ ਤੇ ਉੱਥੇ ਜਾ ਕੇ ਦੱਸਣ ਕਿ 18 ਸਾਲ ਤੋਂ ਉਹਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਵੀ ਹੈ, ਉਹਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਵੀ ਹੈ, ਕਿ ਭਾਈ ਕਿੱਦਾਂ ਕਹਿ ਦੇਣਗੇ ਕਿ ਆ ਬੰਦੇ ਤਾਂ ਪੱਕੇ ਭਰਤੀ ਕੀਤੇ ਆ, ਆ ਤਾਂ ਬੇਰੁਜ਼ਗਾਰੀ ਨੇ ਰੱਖੇ, ਆ ਬੰਦਾ ਫਾਹਾ ਥੋੜੋ ਲਿਆ, ਇਹਦੀ ਤਾਂ ਲਿਖੀ ਇੰਨੀ ਸੀ, ਆ ਮਜ਼ਦੂਰ ਨੇ ਫਾਹਾ ਥੋੜੀ ਲਿਆ, ਮਹਾਰਾਜ ਨੇ ਸਾਹ ਹੀ ਇੰਨੇ ਦਿੱਤੇ ਸੀ। ਜਾਣੀ ਕਿ ਉਸ ਪੰਜਾਬ ਦੇ ਹਨੇਰੇ ਪੱਖ ਨੂੰ ਇਹ ਬੰਦੇ ਕਿਹੜਾ ਲਾਟੂ ਲਾ ਕੇ ਚਮਕਾ ਦੇਣਗੇ, ਮੇਰੀ ਸਮਝ ਤੋਂ ਬਾਹਰ ਹੈ। ਇਹ ਤਾਂ ਕਿਸੇ ਦੀ ਸਮਝ ਵੀ ਨਹੀਂ ਆ ਰਿਹਾ। ਪਰ ਮੈਨੂੰ ਇੱਕ ਗੱਲ ਲੱਗਦੀ ਹੈ, ਪ੍ਰਸ਼ਾਂਤ ਕਿਸ਼ੋਰ ਸਾਹਿਬ ਵੀ ਜਦੋਂ ਆਏ ਸੀ ਵਾਹਵਾ ਉਦੋਂ ਰੌਲਾ ਰੱਪਾ ਪਿਆ ਸੀ, ਫਿਰ ਗੁਪਤ ਜੀ ਗੱਲ ਇਹ ਹੈ ਵੀ ਉਹ ਅਗਲਾ ਹੱਥ ਜੋੜ ਗਿਆ, ਵੀਰ ਤੁਹਾਡਾ ਔਖਾ ਜੀ, ਜਿਹੜੀ ਗੱਡੀ ਤੁਸੀਂ ਮੈਨੂੰ ਫੜਾਉਣ ਨੂੰ ਫਿਰਦੇ ਇਹ 'ਚ ਤੇ ਇੰਜਣ ਹੀ ਹੈ ਨਹੀਂ। ਉਹ ਕਹਿੰਦੇ ਨਹੀਂ ਆਪਾਂ ਰਖਾ ਲੈਣਾ, ਕੋਈ ਗੱਲ ਨਹੀਂ ਤੋਰ ਲੈਣੇ। ਉਹ ਕਹਿੰਦਾ ਇੰਜਣ ਰਖਾ ਲਓਗੇ, ਟਾਇਰ ਕਿੱਥੇ ਆ? ਉਹ ਕਹਿੰਦਾ ਕੋਈ ਨਹੀਂ ਆਪਾਂ ਪਵਾ ਲੈਣੇ, ਤੂੰ ਚਿੰਤਾ ਨਾ ਕਰ। ਕਹਿੰਦੇ ਸਟੀਅਰਿੰਗ ਭਾਜੀ, ਸਟੀਅਰਿੰਗ ਦਾ ਰੌਲਾ ਪਿਆ। ਕਹਿੰਦੇ ਸਟੀਅਰਿੰਗ ਅਜੇ ਅਸੀਂ ਡਿਸਾਈਡ ਨਹੀਂ ਕਰ ਪਾ ਰਹੇ ਵੀ ਫੜਾਉਣਾ ਕਿਹਨੂੰ ਆ। ਕੋਈ ਗੱਲ ਨਹੀਂ, ਤੂੰ ਬਹਿ ਦੇ ਸਹੀ ਵਿੱਚ, ਆਪਾਂ ਚਲਾ ਲੈਣੀ ਆ। ਉਹ ਕਹਿੰਦਾ ਨਾ ਵੀਰ, ਇਹੋ ਜਿਹੀ ਮੇਰੇ ਕੋਲ ਨਹੀਂ ਚੱਲਣੀ। ਉਹ ਤਾਂ ਗਿਆ ਨਿਕਲ। ਹੁਣ ਚਲੋ ਜੇ ਅਕਾਲੀ ਦਲ ਇਸ ਬੰਦੇ ਨੂੰ ਲਾਇਆ ਤੇ ਹੋ ਸਕਦਾ ਵੀ ਕੋਈ ਨਾ ਕੋਈ ਨੀਤੀ ਘੜੂਗਾ। ਹੁਣ ਨਾ ਘੜਨ ਸ਼ਬਦ ਤੋਂ ਮੇਰੇ ਦਿਮਾਗ 'ਚ ਆਇਆ ਵੀ ਇੱਕ ਪਾਸੇ ਪੰਜਾਬ ਦੇ ਵਿੱਚ ਉਹ ਲੋਕ ਅੰਦੋਲਨ ਕਰਦੇ ਫਿਰਦੇ ਜਿਹਨਾਂ ਨੂੰ ਵੱਟਾਂ ਘੜਨ ਦੀ ਆਦਤ ਆ, ਵੱਟ ਛਾਂਗਣ ਨੂੰ ਘੜਨਾ ਵੀ ਕਹਿੰਦੇ ਆਪਣੇ ਪੰਜਾਬੀ ਦੇ ਵਿੱਚ ਕਈਆਂ ਏਰੀਆ ਦੇ ਵਿੱਚ।
ਹੁਣ ਇਹ ਨਾ ਹੋਵੇ ਕਿ ਵੀ ਜਿਹੜੇ ਨੀਤੀ ਘਾੜੇ ਨੇ ਕੱਢ ਨੂੰ ਕੱਲ ਨੂੰ ਕਿਸੇ ਵੱਟਾਂ ਘੜਨ ਵਾਲਿਆਂ ਦੇ ਕਾਬੂ ਆ ਜਾਣ ਤੇ ਫਿਰ ਅਗਲੇ ਪੁੱਛਣ ਵੀ ਹਾਂ ਵੀ ਜਵਾਨ ਕਿੱਧਰ, ਕਿਹੜੀ ਗੱਲ ਸਮਝਾਉਣ ਨੂੰ ਫਿਰਦਾ ਤੂੰ ਸਾਨੂੰ ਜਿਹੜੀ ਸਾਨੂੰ ਭੁੱਲੀ ਅੱਗੇ, ਤੇ ਅਗਲਾ ਬੰਦਾ ਉਦੋਂ ਹੱਥ ਜੋੜ ਕੇ ਕਹਦੇ ਵੀ ਨਹੀਂ ਵੀਰ ਮੈਂ ਚੱਲਿਆ ਕਰਨਾਟਕ, ਤੁਸੀਂ ਆਪਣਾ ਆਪ ਸਾਂਭੋ, ਜਾਂ ਪ੍ਰਸ਼ਾਂਤ ਕਿਸ਼ੋਰ ਸਾਹਿਬ ਨੂੰ ਫੋਨ ਕਰਕੇ ਕਹਿਣ ਕਿਹੜੀ ਬੱਸ ਜਾਂਦੀ ਟਾਈਮ ਨਾਲ ਜਿਹਦੀ ਤੂੰ ਲਈ ਸੀ। ਹੋ ਸਕਦਾ ਮੋਰੇ ਭੱਜਿਆਂ ਦੇ ਯਾਰ ਮੇਰੀ ਵੀ ਟਿਕਟ ਲੈ ਲਈ, ਆ ਮੇਰੀ ਭਾ ਮੇਰਾ ਟਿਕਟ ਲੈ ਲਈ, ਮੈਂ ਆ ਗਈ ਮਗਰ ਹੈ ਨਾ। ਮਤਲਬ ਇਹ ਸਮਝੋ, ਇਹ ਦੇਖੋ ਜੀ, ਇਹ ਇਸ ਕਰਕੇ ਅਸੀਂ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਵੀ ਕਾਂਗਰਸ ਪਾਰਟੀ 135 ਸਾਲ ਪੁਰਾਣੀ ਤੇ ਅਕਾਲੀ ਦਲ ਆ ਤੁਸੀਂ ਪਿਛਲੇ ਸਾਲ ਤੋਂ ਲਾ ਲਓ ਵੀ 1 ਸਦੀ ਉਹਨੂੰ ਵੀ ਹੋ ਗਈ। ਮਤਲਬ ਦੋਵੇਂ ਪਾਰਟੀਆਂ ਇੱਕ ਸਦੀ ਤੋਂ ਪੁਰਾਣੀਆਂ ਪਾਰਟੀਆਂ ਇਹ ਭਾਲਦੀਆਂ ਫਿਰਦੀਆਂ ਕਿ ਤੀਜਾ ਬੰਦਾ ਸਾਨੂੰ ਆ ਕੇ ਦੱਸੇ ਵੀ ਭਾਈ ਸਾਹਿਬ ਅਸੀਂ ਵੋਟਾਂ ਕਿਦਾਂ ਜਿੱਤੀਆਂ। ਨਹੀਂ ਅਸੀਂ ਕੀ ਆ, ਯਾਨੀ ਸਾਡੇ ਸੂਬੇ ਦੇ ਲੋਕਾਂ ਨੂੰ ਜਿਹੜੇ ਸਾਡੀ ਭਾਸ਼ਾ ਸਮਝਦੇ ਆ ਉਹਨਾਂ ਲੋਕਾਂ ਨੂੰ ਸਾਡੇ ਬਾਰੇ ਦੱਸਣ ਲਈ ਹੋਰ ਭਾਸ਼ਾ ਵਾਲਾ ਬੰਦਾ ਚਾਹੀਦਾ। ਉਹ ਚੇਨਈ ਤੋਂ ਬੰਦਾ ਆ ਕੇ ਦੱਸੇ ਵੀ ਜਹਦਰ ਹੁਣੀ ਇੱਥੇ ਫਿਰਦੇ ਰਹੇ ਨੇ, ਜਹਦਰ ਹੁਣਾਂ ਦਾ ਪਰਿਵਾਰ ਸ਼ੁਰੂ ਤੋਂ ਅਕਾਲੀ ਰਿਹਾ ਤੇ ਜਹਦਰ ਜੀ ਬਾਰੇ ਦੱਸੋ ਲੋਕਾਂ ਨੂੰ। ਹਾਂ ਵੀ ਬਹੁਤ ਚੰਗੇ ਨੇ, ਇਹ ਬਹੁਤ ਚੰਗੇ ਨੇ ਜੀ। ਸੰਧਾਵਾਲੀਆ ਸਾਹਿਬ ਇੱਕ ਗੱਲ ਮੈਨੂੰ ਹੋਰ ਲੱਗਦੀ ਆ, ਇਹ ਤਾਂ ਬਿਲਕੁਲ ਉਦਾਂ ਦਾ ਮਸਲਾ ਪੈਦਾ ਹੋ ਗਿਆ ਕਿ ਤੁਸੀਂ ਸਿੱਧੇ ਤੌਰ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਹੀ ਨਹੀਂ ਉਹ ਬੰਦਾ ਤੁਹਾਨੂੰ ਦੱਸੂਗਾ। ਜਿਹੜੀ ਕਾਂਗਰਸ ਪਾਰਟੀ ਇਸ ਗੱਲ ਦੇ ਉੱਤੇ ਹੱਕ ਜਮਾਉਂਦੀ ਹੈ ਕਿ ਅਸੀਂ ਦੇਸ਼ ਦੀ ਆਜ਼ਾਦੀ ਦੇ ਲਈ ਸਭ ਤੋਂ ਅੱਗੇ ਹੋ ਕੇ ਲੜੇ, ਅਕਾਲੀ ਦਲ ਵਾਲੇ ਕਹਿੰਦੇ ਕਿ ਪੰਜਾਬੀ ਸੂਬੇ ਦਾ ਸੰਘਰਸ਼ ਸਾਡਾ, ਪੰਜਾਬੀ ਭਾਸ਼ਾ ਦੇ ਲਈ ਸੰਘਰਸ਼ ਸਾਡਾ, ਗੁਰੂ ਘਰਾਂ ਦੇ ਲਈ ਜਿੰਨੀਆਂ ਲਹਿਰਾਂ ਚੱਲੀਆਂ ਉਹਦੇ ਵਿੱਚ ਯੋਗਦਾਨ ਸਾਡਾ ਹੈਗਾ ਵੀ ਹੈ। ਅੱਜ ਉਹ ਦੋਨੋਂ ਪਾਰਟੀਆਂ ਜਿਹੜੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਦਾ ਦਾਅਵਾ ਕਰਦੀਆਂ, ਉਹਨਾਂ ਪਾਰਟੀਆਂ ਨੂੰ ਨਾਅਰੇ ਲਿਖਣ ਦੇ ਲਈ ਬੰਦਾ ਬਾਹਰੋਂ ਚਾਹੀਦਾ। ਉਹਨਾਂ ਪਾਰਟੀਆਂ ਨੂੰ ਇਹ ਪੁੱਛਣ ਦੇ ਲਈ ਕਿ ਭਾਈ ਅਸੀਂ ਕਿਹੜਾ ਪੋਸਟਰ ਕਿਹੜਾ ਬੈਨਰ ਕਿੱਦਾਂ ਲਾਈਏ, ਅਸੀਂ WhatsApp ਦੇ ਉੱਤੇ ਸੁਨੇਹਾ ਕਿਹੜਾ ਭੇਜੀਏ, ਉਹਨਾਂ ਨੂੰ ਬੰਦਾ ਚਾਹੀਦਾ। ਲੀਡਰ ਨੇ ਭਾਸ਼ਣ ਕਦੋਂ ਦੇਣਾ, ਸਟੇਜ ਦੇ ਉੱਤੇ ਕਦੋਂ ਬਹਿਣਾ, ਕਿਹੜੇ ਬੰਦੇ ਦੇ ਨਾਲ ਕਦੋਂ ਜਾ ਕੇ ਮਿਲਣਾ, ਨਿਆਣੇ ਦੀ ਨਲੀ ਕਿੱਦਾਂ ਜਾ ਕੇ ਪੂੰਝਣੀ, ਖੱਬਿਓਂ ਸੱਜੇ ਹੱਥ ਫੇਰਨਾ ਕਿ ਖੱਬਿਓਂ ਸੱਜੇ ਹੱਥ ਫੇਰਨਾ ਕਿ ਖੱਬਿਓਂ ਸੱਜੇ, ਉਹ ਸਾਰੀ ਚੀਜ਼ ਜਾਂ ਦੋ ਹੱਥਾਂ ਨੇ ਐ ਫੜ ਕੇ ਤੇ ਮੁੜ ਕੇ ਝੱਗੇ ਨਾਲ ਨਹੀਂ ਕਰਨਾ ਆਪਣਾ। ਜਾਨੀ ਉਹ ਸਾਰੀਆਂ ਚੀਜ਼ਾਂ ਦੇ ਦੱਸਣ ਪੁੱਛਣ ਲਈ ਬਾਹਰੋਂ ਬੰਦਾ ਚਾਹੀਦਾ, ਫਿਰ ਤਾਂ ਪੰਜਾਬ ਸੂਬੇ ਦੀ ਜੈ। ਸਦਕੇ ਜਵਾਨੋ, ਫਿਰ ਮੇਰਾ ਖਿਆਲ ਵੀ ਕੁਰਸੀ ਤੇ ਵੀ ਉਹਨਾਂ ਨੂੰ ਬਹਾਲਿਆ ਕਰੋ ਵੀ ਯਾਰ ਵੀਰ ਸਾਡੇ ਕੋਲੋਂ ਨਹੀਂ ਚੱਲਣਾ, ਤੂੰ ਚਲਾ ਦੇ। ਮੈਂ ਤਾਂ ਇਸੇ ਕਰਕੇ ਕਹਿਣਾ ਕਿ ਭਾਈ ਹੱਕ ਹੈ ਉਹਨਾਂ ਦਾ, ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰ ਰਿਹਾ, ਪਰ ਪੰਜਾਬ ਦੇ ਲੋਕਾਂ ਦਾ ਹੱਕ ਹੈ ਕਿ ਤੁਹਾਡੀ ਸਿਹਤ, ਤੁਹਾਡੀ ਸਿੱਖਿਆ, ਤੁਹਾਡੀ ਹਵਾ, ਤੁਹਾਡਾ ਪਾਣੀ, ਤੁਹਾਡੇ ਡਾਕਟਰ, ਤੁਹਾਡੇ ਮਾਸਟਰ, ਤੁਹਾਡੇ ਭ੍ਰਿਸ਼ਟਾਚਾਰ, ਤੁਹਾਡੇ ਨਿਆਣਿਆਂ ਦਾ ਰੁਜ਼ਗਾਰ, ਉਹ ਸਾਰੀਆਂ ਚੀਜ਼ਾਂ ਤੁਸੀਂ ਮੂਹਰੇ ਰੱਖਣੀਆਂ। ਉਹਨਾਂ ਨੇ ਇਹ ਬਾਹਰੋਂ ਲਿਆਂਦੇ ਬੰਦੇ ਮੂਹਰੇ ਰੱਖਣੇ ਆ। ਜਿੱਤ ਕੇ ਦੀ ਹੁੰਦੀ ਹੈ ਇਹ ਤੁਹਾਡੀ ਇੱਛਾ ਸ਼ਕਤੀ ਨਿਰਭਰ ਹੈ। ਬਿਲਕੁਲ। ਇਹਦੇ 'ਚ ਇੱਕ ਚੀਜ਼ ਹੋਰ ਗੱਲ ਕਰਦੀ ਹੈ, ਦੇਖੋ ਹੁਣ ਜੇ ਗੱਲ ਤੁਰੀ ਪਈ ਹੈ, ਹੁਣ ਪਿਛਲੇ ਦਿਨਾਂ ਦਾ ਉਹ ਵਿਚਾਰੇ ਬਿਆਨ ਤਾਂ ਦੇ ਦਿੰਦੇ ਆ ਦਿੱਲੀੋਂ, ਲਾ ਦਿਓ ਪੱਤਰਕਾਰ ਸਾਹਿਬ ਇਹ ਲਿਖ ਦਿਓ, ਕਹਿੰਦੇ ਲਿਖਣਾ 117 ਦੀਆਂ 117 ਸੀਟਾਂ ਅਸੀਂ ਜਿੱਤ ਜਾਣੀਆਂ ਨੇ। ਇੰਨੀ ਗੱਲ ਕਹਿਣ ਦੀ ਲੋੜ, ਨਾਲ ਹੀ ਪਤਾ ਲੱਗਦਾ ਵੀ ਕਿਹੜੀ ਪਾਰਟੀ ਵਾਲੇ। ਹੁਣ ਉਹ ਵਾਲੀ ਪਾਰਟੀ ਵਾਲੇ ਮੈਨੂੰ ਸਮਝ ਨਹੀਂ ਆਈ ਵੀ ਜਿਹੜੀ ਚੀਜ਼ ਤਾਂ ਉੱਥੇ ਲੱਖਾਂ ਲੋਕ ਬਾਰਡਰਾਂ ਤੇ ਬੈਠੇ ਭਾਲਣ ਡਿਆ ਉਹਦੇ ਤੇ ਗੱਲ ਕੋਈ ਨਹੀਂ ਕਰਦਾ। ਹੁਣ ਇੱਕ ਪਾਸੇ ਘੇਸਲ ਮਾਰੀ, ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਸੀ ਵੀ ਘੇਸਲ ਇਹਨਾਂ ਦੀ ਵੱਜੀ ਅੰਦਰ ਖਾਤੇ ਕਰਦੇ ਜ਼ਰੂਰ ਹੋਣਗੇ ਕੁਛ। ਹੁਣ ਇੱਕ ਹੋਰ ਸੁਣ ਲਓ ਗੱਲ, ਹੁਣ ਪ੍ਰਧਾਨ ਮੰਤਰੀ ਸਾਹਿਬ ਦਾ ਸਿੱਖਾਂ ਦੇ ਨਾਲ ਕੀ ਪਿਆਰ ਹੈ ਤੇ ਕਿੰਨਾ ਵਧੀਆ ਰਿਸ਼ਤਾ ਹੈ। ਪ੍ਰਧਾਨ ਮੰਤਰੀ ਦੀ ਕੇਂਦਰ ਸਰਕਾਰ ਦਾ ਸਿੱਖਾਂ ਨਾਲ ਰਿਸ਼ਤਾ, ਉਹਨਾਂ ਦੇ ਵੱਲੋਂ ਕੀਤੇ ਗਏ ਕੰਮ, ਇਹ ਸਾਰੇ ਕੁਛ ਦੀ ਬਣਾ ਲਈ ਕਿਤਾਬ। ਤੇ 117 ਦੇ 117 ਹਲਕਿਆਂ ਦੇ ਵਿੱਚ ਗਾਂ ਜਿਹੜੇ ਪਿੰਡ ਨੇ ਉਹਨਾਂ 'ਚ 150 ਕਿਤਾਬ ਵੰਡਣੀ ਜਾ ਕੇ ਬੰਦਿਆਂ ਦੀ ਡਿਊਟੀ ਲੱਗ ਗਈ। ਹੁਣ ਮੈਨੂੰ ਸਮਝ ਨਹੀਂ ਲੱਗੀ ਵੀ ਉਹਨਾਂ ਨੂੰ ਕੋਈ ਰਣਨੀਤੀਕਾਰ ਰੱਖਿਆ ਲੱਗਦਾ है ना, जिन्हें हिसाब लाया होगा भी सर 117 हल्के, हर एक हल्के में 150 किताब बेचेंगे सर, तो हमारे बंदे जाएंगे और सिखों को बताएंगे कि प्रधानमंत्री जी ने क्या किया है उनके लिए। ਹੁਣ ਜੇ ਤਾਂ ਇਦਾਂ ਦੀ ਰਣਨੀਤੀ ਲੈ ਕੇ ਆ ਰਹੇ ਤੇ ਫਿਰ ਉਹ ਗੱਲ ਉਹ ਵਾਟਾਂ ਘੜਨ ਵਾਲੀ ਫਿਰ ਮੇਰੇ ਦਿਮਾਗ 'ਚ ਆਈ ਜਾਂਦੀ। ਕਈ ਵਾਰੀ ਨਾ ਦੁਸ਼ਮਣੀਆਂ ਪੈਦਾ ਹੋ ਜਾਂਦੀਆਂ ਤੇ ਬੰਦਾ ਇੱਕ ਚਾਹੁੰਦਾ ਹੁੰਦਾ ਯਾਰ ਨਹੀਂ ਯਾਰ ਇੱਕ ਵਾਰੀ ਮੈਨੂੰ ਐਂ ਕਰ, ਤੂੰ ਬੂਹਾ ਖੜਕਾ ਮਾੜਾ ਜਿਹਾ, ਤੂੰ ਹਾਕ ਦਈ ਵੀ ਮੈਂ ਬੋਲਦਾ ਚਾਚੀ, ਅਗਲੇ ਬੂਹਾ ਖੋਲ ਦੇਣਗੇ, ਫੇਰ ਤੂੰ ਚੱਲ ਜੀ, ਫਿਰ ਮੈਂ ਆਪੇ ਜਾ ਕੇ ਪੈਰੀਂ ਹੱਥ ਲਾ ਦੇਣੇ ਆ। ਹੁਣ ਭਾਰਤੀ ਜਨਤਾ ਪਾਰਟੀ ਵਾਲੇ ਅਬੋਹਰ ਦੇ ਵਿੱਚ ਮੀਟਿੰਗ ਕਰਦੇ ਸੀ, ਕਿਸਾਨਾਂ ਨੂੰ ਪਤਾ ਲੱਗ ਗਿਆ, ਘੇਰ ਲਿਆ, ਫਿਰ ਪਿਛਲੇ ਦਰਵਾਜ਼ੇ ਹੌਲੀ ਹੌਲੀ ਪੁਲਿਸ ਨੇ ਕੱਢੇ। ਕੋਈ ਗੱਲ ਨਹੀਂ, ਹਰਿਆਣੇ ਦੀਆਂ ਉਦਾਹਰਨਾਂ ਆਪਾਂ ਕੱਲ ਦਿੱਤੀਆਂ ਸੀ 3-4। ਉਹ ਤਾਂ ਮੈਨੂੰ ਇਹ ਵੀ ਲੱਗਦਾ ਨਾ ਅੱਜ ਕੱਲ੍ਹ ਨਾ ਥਾਣੇ ਕਿਤੇ ਫੋਨ ਆਉਂਦਾ ਹੋਣਾ ਨਾ, ਉਹ ਕਹਿੰਦੇ ਹਾਂਜੀ ਦੱਸੋ ਸਰ, ਉਹਨਾਂ ਜੀ ਅਸੀਂ ਮੀਟਿੰਗ ਕਰਨੀ ਸੀ, ਥੋੜ੍ਹਾ ਜਿਹਾ ਟਾਈਮ ਕੱਢਿਓ। ਉਦੋਂ ਤੇ ਥਾਣੇਦਾਰ ਕਹਿੰਦਾ ਹਾਂਜੀ ਹਾਂਜੀ ਕੋਈ ਨਹੀਂ ਆ ਜਾਵਾਂਗੇ। ਕਿੰਨੇ ਬੰਦੇ? ਕੋਈ 10 ਭੇਜ ਦਾਂਗੇ ਜੀ, 12 ਭੇਜ ਦਾਂਗੇ, ਕੋਈ ਗੱਲ ਨਹੀਂ, ਓਕੇ ਜੀ ਸਤਿ ਸ਼੍ਰੀ ਅਕਾਲ। ਨਾਲ ਦੇ ਉਹ ਮੁੰਸ਼ੀ ਉਹ ਯਾਰ ਫੇਰ ਸਿਆਪਾ ਪੈ ਗਏ, ਉੱਥੇ ਫੇਰ ਜਾਣਾ ਪੈਣਾ। ਕਹਿੰਦਾ ਹੋਇਆ ਕੀ? ਉਹਦਾ ਮੀਟਿੰਗ ਕਰਨੀ ਯਾਰ। ਮੈਨੂੰ ਹੋਰ ਲੱਗਦਾ ਅੱਗੇ ਹੁੰਦਾ ਸੀ ਕਿ ਭਾਈ ਕਿਸੇ ਹੋਟਲ ਦੇ ਵਿੱਚ ਮੀਟਿੰਗ ਕਰਨੀ ਆ, ਮੈਰਿਜ ਪੈਲੇਸ ਦੇ ਵਿੱਚ ਮੀਟਿੰਗ ਕਰਨੀ ਆ, ਤਾਂ ਬੰਦਾ ਕਹਿੰਦਾ ਸੀ ਬਾਹਰਲੇ ਗੇਟ ਤੇ ਡੈਕੋਰੇਸ਼ਨ ਕਰਾਇਓ। ਐਤਕੀ ਟੈਲੀਫੋਨ ਕਰਕੇ ਪੁੱਛਦੇ ਹੋਣੇ ਆ ਮੀਟਿੰਗ ਕਰਨੀ ਆ, ਪਿਛਲਾ ਦਰਵਾਜ਼ਾ ਹੈਗਾ ਹੀ? ਵੈਸੇ ਗੱਲ ਹੀ ਆ। ਆਹ ਸਕੂਟਰ ਨਾ ਲਾਇਓ ਉਦੋਂ ਕੋਈ ਉੱਥੇ, ਉਹ ਕਹਿੰਦੇ ਹੈਗਾ ਤਾਂ ਹੈ, ਉਹਦੀ ਕੁੰਡੀ ਹੈ। ਨਹੀਂ ਕੁੰਡੀ ਲਵਾ ਲਓ ਉਹਦੇ ਤੇ, ਕੁੰਡੀ ਜ਼ਰੂਰੀ ਜੇ। ਹਾਂ ਅੰਦਰੋਂ ਵੀ ਖੁੱਲੇ। ਸੰਧਾਲੀਆ ਸਾਹਿਬ ਹੁਣ ਮੈਨੂੰ ਜਿਹੜੀ ਗੱਲ ਲੱਗਦੀ ਹੈ, ਦੇਖੋ
ਭਾਰਤੀ ਜਨਤਾ ਪਾਰਟੀ ਦੇ ਲਈ ਇਸ ਵੇਲੇ ਪੈਰ ਧਰਾਵਾ ਔਖਾ ਹੋਇਆ ਪਿਆ। ਉਹ ਵੀ ਕਹਿੰਦੇ ਆ ਕਿ ਸਾਨੂੰ ਬਹਿਣ ਨੂੰ ਥਾਂ ਦੇ ਦਿਓ, ਲੰਮੇ ਅਸੀਂ ਆਪੇ ਪੈ ਜਾਣਾ। ਹੁਣ ਜਿਹੜੀ ਆ 250 ਕਿਤਾਬ ਆ ਇੱਕ ਹਲਕੇ 'ਚ 150 ਤੇ ਉਹ ਜਿਹੜੀਆਂ ਕਿਤਾਬਾਂ ਨੇ ਉਹਦੇ ਵਿੱਚ ਲਿਖਿਆ ਕੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਖੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ ਜਿਹੜਾ ਕਿਸੇ ਨਹੀਂ ਸੀ ਖੁਲਵਾਇਆ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਦੇਖੋ ਜੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਵਿਦੇਸ਼ਾਂ ਦੇ ਵਿੱਚ ਭਾਰਤੀ ਐਮਬੈਸੀਆਂ ਦੇ ਵਿੱਚ ਵੀ ਮਨਾਉਣ ਦਾ ਇਤਿਹਾਸਕ ਫੈਸਲਾ ਕੀਤਾ। ਉਹ ਕਹਿੰਦੇ ਜੀ ਦੇਖੋ GST ਲੱਗੀ ਪਰ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਰਸਦ ਜਾਂਦੀ ਹੈ ਉਹਦੇ ਉੱਤੋਂ GST ਹਟਾਈ। ਆਹ ਦੇਖੋ ਜੀ ਬਹੁਤ ਸਾਰੇ ਕੰਮ ਅਸੀਂ ਸਿੱਖ ਭਾਈਚਾਰੇ ਦੇ ਲਈ ਹੋਰ ਕੀਤੇ। ਆਹ ਦੇਖੋ ਜੀ ਫਲਾਨੀ ਚੀਜ਼ ਅਸੀਂ ਜਾਰੀ ਕੀਤੀ। ਆਹ ਦੇਖੋ ਜੀ ਸਪੈਸ਼ਲ ਐਡੇ ਵੱਡੇ ਪੈਕੇਜ ਦਿੱਤੇ। ਆਹ ਦੇਖੋ ਜੀ ਪ੍ਰਧਾਨ ਮੰਤਰੀ ਫਲਾਨੇ ਥਾਂ ਦੇ ਉੱਤੇ ਇਸ ਇਤਿਹਾਸਕ ਉਤਸਵ ਦੇ ਮੌਕੇ ਦੇ ਉੱਤੇ ਪਹੁੰਚੇ ਜ਼ਰੂਰ, ਫੋਟੋਆਂ ਲਾ ਕੇ ਲਿਖ ਕੇ ਕਿ ਭਾਈ ਆ ਦੇਖੋ ਸਿੱਖ ਭਾਈਚਾਰੇ ਦੇ ਨਾਲ ਤਾਂ ਪ੍ਰਧਾਨ ਮੰਤਰੀ ਸਾਹਿਬ ਦਾ ਪ੍ਰੇਮ ਹੀ ਬਹੁਤ ਆ, ਸਤਿਕਾਰ ਹੀ ਬਹੁਤ ਆ, ਅੰਦਰੋਂ ਪਿਆਰ ਕਰਦੇ ਆ, ਮੋਹ ਦੀਆਂ ਤੰਦਾਂ ਜੁੜੀਆਂ ਹੋਈਆਂ। ਸਵਾਲ ਆਇਆ ਇੱਕ ਦਿਮਾਗ 'ਚ, ਆਜੋ ਸਿੱਖਾਂ ਦਾ ਆਪਣੇ ਗੁਰੂ ਨਾਲ ਪਿਆਰ ਹੈ, ਉਹਨਾਂ ਦੀ ਸ਼ਰਧਾ ਆ, ਉਹਨਾਂ ਨੇ ਆਪਣੇ ਗੁਰੂ ਸਾਹਿਬ ਦੇ ਦਿਨ ਤਿਉਹਾਰ ਮਨਾਉਣੇ ਆ। ਹੁਣ ਜੇ ਆਪਾਂ ਇਹ ਕਹੀਏ ਕਿ ਵੀ ਮੇਰਾ ਵੀ ਸਿੱਖਾਂ ਨਾਲ ਪਿਆਰ ਆ ਜਾਂ ਸਿੱਖਾਂ ਦੇ ਗੁਰੂ ਸਾਹਿਬਾਨਾਂ 'ਚ ਵਿਸ਼ਵਾਸ ਆ ਤੇ ਮੈਂ ਵੀ ਉਹ ਸੈਲੀਬ੍ਰੇਟ ਕਰ ਲਾਂ, ਕਿਸੇ ਨੂੰ ਕੀ ਇਤਰਾਜ਼ ਹੈ। ਪਰ ਸੈਲੀਬ੍ਰੇਟ ਕਰਨ ਤੋਂ ਬਾਅਦ ਮੈਂ ਅਹਿਸਾਨ ਕਰਾਂ ਵੀ ਬਾਠ ਮੈਂ ਫਿਰ ਉਦੋਂ ਮਨਾਇਆ ਨਹੀਂ ਤੁਹਾਡੇ ਗੁਰੂ ਦਾ ਗੁਰਪੁਰਬ, ਚੇਤਾ ਕਿ ਨਹੀਂ ਚੇਤਾ, ਇਹਦਾ ਮਤਲਬ ਫਿਰ ਮੇਰੀ ਉਦੋਂ ਵਾਲੀ ਸ਼ਰਧਾ ਹੈਗੀ ਵਿੱਚ। ਮੈਂ ਤਾਂ ਇੱਕ ਮੋਟੀ ਗੱਲ ਕਰਦਾ ਕਿ ਆਉਣ ਦੀ ਲੋੜ ਨਹੀਂ ਕਿਸੇ ਵੀ BJP ਵਾਲੇ ਬੰਦੇ ਨੂੰ। ਚੁੱਪ ਕਰਕੇ ਦਿੱਲੀੋਂ ਛਪਾਈਆਂ ਹੋਣੀਆਂ ਵਧੀਆ ਐਨ ਚੰਗੇ ਤਰੀਕੇ ਦੇ ਨਾਲ ਕਲਰਫੁਲ ਆ ਬੜੀਆਂ ਟਰਾਲੀਆਂ ਆਉਂਦੀਆਂ ਜਾਂਦੀਆਂ ਉੱਥੋਂ ਪੰਜਾਬ ਦੇ ਪਿੰਡ ਦੇ ਵਿੱਚ ਹਿਸਾਬ ਜਿਹਾ ਨਾ ਜਾ ਕੇ ਉੱਥੋਂ ਦੇ ਦੇਣ ਕਿ ਭਾਈ ਆਪੋ ਆਪਣੇ ਪਿੰਡ ਨੂੰ ਲੈ ਜਿਓ, ਨਾਲੇ ਫਿਰ ਲੋਕਾਂ ਦਾ ਰਿਐਕਸ਼ਨ ਪਤਾ ਲੱਗ ਜਾਣਾ, ਨਾਲੇ ਪਿੰਡ ਕਿਤਾਬ ਪਹੁੰਚ ਜਾਣੀ ਹੈ। ਮੈਂ ਤਾਂ ਕਹਿੰਦਾ ਕਿ ਉੱਥੇ 5-7 ਲਾਇਬ੍ਰੇਰੀਆਂ ਵੀ ਖੁੱਲੀਆਂ, ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਚੱਲਦਾ ਤੇ ਪੰਜਾਬ ਵਾਲੇ ਹੀ ਆਉਂਦੇ ਆ, ਪਹਿਲਾਂ ਮਾੜੀਆਂ 2-2 4-4 ਦਿਨ ਉਹਨਾਂ ਨੂੰ ਪੜ੍ਹਾ ਲਿਓ, ਉਹਦੇ ਤੋਂ ਬਾਅਦ ਪਿੰਡਾਂ 'ਚ ਆਪੇ ਹੀ ਗੱਲ ਪਹੁੰਚ ਜਾਣੀ ਆ। ਵੈਸੇ ਗੱਲ ਹੀ ਕਰਦੇ ਆ। ਨਹੀਂ ਗੱਲ ਬਿਲਕੁਲ ਠੀਕ ਹੈ, ਪਰ ਇਹਦੇ 'ਚ ਇੱਕ ਚੀਜ਼ ਮੈਂ ਐਡ ਕਰਾਂ ਵੀ ਕੋਈ ਬੰਦਾ ਇਹ ਨਾ ਆਖੇ ਵੀ ਹਾਂ ਜੇ ਆਈਆਂ ਤੇ ਅਸੀਂ ਕਿਤਾਬਾਂ ਨੇ ਐਂ ਕਰਾਂਗੇ ਜਿਉਂ ਕਰਾਂਗੇ, ਇੱਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ 'ਚ ਗੁਰੂ ਸਾਹਿਬ ਦਾ ਨਾਮ ਵੀ ਹੋਊਗਾ, ਕਈ ਸਥਾਨਾਂ ਦੀਆਂ ਤਸਵੀਰਾਂ ਵੀ ਹੋਣਗੀਆਂ। ਸੋ ਉਹਦੇ ਲਈ ਜਿਹੜਾ ਇੱਕ ਸਤਿਕਾਰ ਹੈ ਉਹ ਜ਼ਰੂਰ ਹੋਵੇ। ਕਿਸੇ ਪਾਰਟੀ ਨੇ ਆਪਣੇ ਕਿਹੜੇ ਮੋਟਿਵ ਲਈ ਕੀ ਕਰਨਾ ਉਹ ਇੱਕ ਚੀਜ਼ ਵੱਖਰੀ ਹੈ। ਸੋ ਮਤਲਬ ਇਹ ਨਾ ਹੋਵੇ ਕਿ ਵੀ ਅਗਲੇ ਤਾਂ ਜੇ ਧਰਮ ਦਾ ਪੱਤਾ ਭਾਵੇਂ ਸਿੱਧੇ ਤੌਰ ਤੇ ਟੇਢੇ ਤੌਰ ਤੇ ਜਿਵੇਂ ਮਰਜ਼ੀ ਖੇਡਣ, ਆਪਾਂ ਉਹਨੂੰ ਪੁੱਠਾ ਪਾ ਲਈ। ਦੇਖੋ ਖੇਡਦੇ ਤਾਂ ਸਾਰੇ ਹੀ ਆ ਪਿਛਲੇ ਦਿਨਾਂ ਦੇ ਵਿੱਚ 1984 ਦੇ ਨਾਲ ਸੰਬੰਧਿਤ ਵੀ ਤਾਂ ਬਹੁਤ ਸਾਰੀਆਂ ਇਤਿਹਾਸਕ ਜਿਹੜੀਆਂ ਉਹ ਚੀਜ਼ਾਂ ਸੀ ਉਹ ਸਾਹਮਣੇ ਲਿਆ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਂ ਉਸ ਵੇਲੇ ਵਾਲਾ ਸਰੂਪ ਵੀ ਲਿਆਂਦਾ ਸੀ, ਸਰੂਪ ਜਿਹੜਾ ਕਿ ਉਹਦੇ ਵਿੱਚ ਗੋਲੀ ਨਾਲ ਵਿੰਨਿਆ ਹੋਇਆ ਸਰੂਪ, ਜਾਨੀ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਜਦੋਂ ਵੋਟਾਂ ਨੇੜੇ ਆਉਂਦੀਆਂ ਤੇ ਬਹੁਤ ਸਾਰੇ ਸਿਆਸੀ ਦਲ ਬਹੁਤ ਕੁਝ ਕਰਦੇ ਆ, ਇਹ ਲੋਕ ਆਪਣੀ ਬੁੱਧੀ ਅਤੇ ਵਿਵੇਕ ਉਹਦੇ ਮੁਤਾਬਕ ਚੱਲਣ ਬਸ। ਬਿਲਕੁਲ। ਸੋ ਇਹ ਜੋ ਕੁਝ ਵੀ ਇਸ ਵਕਤ ਚੱਲ ਰਿਹਾ ਜੀ, ਇਹ ਸਾਰਾ ਕੁਝ ਇਲੈਕਸ਼ਨਾਂ ਵੋਟਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਮੈਂ ਕਿਸਾਨਾਂ ਦੀ ਗੱਲ ਇੱਕ ਭਾ ਕਰਨੀ ਸੀ। ਨਹੀਂ ਮੈਂ ਵੀ ਕਰਨ ਲੱਗਾ। ਆਜੋ। ਖੱਟਰ ਸਾਹਿਬ ਦੀ ਗੱਲ ਨਹੀਂ ਕਰਨੀ? ਨਹੀਂ ਖੱਟਰ ਸਾਹਿਬ ਦੀ ਕਰਨੀ, ਪਰ ਉਹਦੇ ਤੋਂ ਪਹਿਲਾਂ ਟਕੈਤ ਸਾਹਿਬ ਦੀ ਕਰਨੀ ਆ। ਅੱਛਾ। 3T ਟੈਂਕ ਟਰੈਕਟਰ ਟਵਿੱਟਰ 3T ਦੇਖੋ ਉਹ ਬੰਦਾ ਵੈਸੇ ਜਦੋਂ ਵੀ ਦਿੰਦਾ ਸਲੋਗਨ ਕਮਾ ਉਹਨਾਂ ਨੇ ਵੀ ਕੋਈ ਬੰਦਾ ਰੱਖਿਆ ਲੱਗਦਾ। ਉਹ ਕਹਿੰਦੇ ਜਿਹੜਾ ਕਿਸਾਨ ਆ ਉਹ ਖੇਤੀ ਕਰਨ ਦੇ ਲਈ, ਲੋਕਾਂ ਦਾ ਢਿੱਡ ਭਰਨ ਦੇ ਲਈ ਖੇਤਾਂ 'ਚ ਟਰੈਕਟਰ ਚਲਾਉਂਦਾ। ਇੱਕ ਟੀ ਹੋ ਗਈ। ਦੂਸਰੀ ਗੱਲ ਕਿ ਜਦੋਂ ਦੇਸ਼ ਦੇ ਉੱਤੇ ਭੀੜ ਪੈਂਦੀ ਹੈ ਉਹ ਬਾਰਡਰ ਦੇ ਉੱਤੇ ਜਾ ਕੇ ਟੈਂਕ ਵੀ ਚਲਾਉਂਦਾ। ਉਹਨਾਂ ਦੇ ਪੁੱਤ ਧੀਆਂ ਫੌਜ ਦੇ ਵਿੱਚ ਵੀ ਭਰਤੀ ਨੇ। ਤੇ ਉਹ ਕਹਿੰਦੇ ਮੈਂ ਨਾਲ ਹੀ ਹੁਣ ਬੇਨਤੀ ਕਰ ਦੇਣਾ ਕਿ ਤੀਸਰੀ ਟੀ ਕਿ ਹੁਣ ਕਿਸਾਨਾਂ ਨੂੰ ਟਵਿੱਟਰ ਚਲਾਉਣਾ ਵੀ ਸਿੱਖਣਾ ਪਊਗਾ। ਬਹੁਤ ਸਾਰਿਆਂ ਨੇ ਸਿੱਖ ਲਿਆ ਤੇ ਬਾਕੀ ਸਿੱਖੋ। ਉਹ ਵੈਸੇ ਪਹਿਲਾ ਕਿਸਾਨ ਲੀਡਰ ਹੈ। ਉਹ ਜਿਹੜੇ ਬਾਰਡਰ ਦੇ ਉੱਤੇ ਬੈਠੇ ਆ, ਉਸ ਬਾਰਡਰ ਦੇ ਉੱਤੇ ਜਿੱਥੇ ਅੰਦੋਲਨ ਚੱਲਦਾ, ਉਹ ਵਰਕਸ਼ਾਪ ਲਾਉਂਦੇ ਹਰ ਹਫ਼ਤੇ। ਸੋਸ਼ਲ ਮੀਡੀਆ ਦੀ ਵਰਤੋਂ ਕਿੱਦਾਂ ਕਰਨੀ ਹੈ, ਟਵਿੱਟਰ ਅਕਾਊਂਟ ਕਿੱਦਾਂ ਖੋਲ੍ਹਣਾ ਹੈ, ਟਵੀਟ ਕਿੱਦਾਂ ਕਰਨਾ, ਉਹ ਗਾਂ ਟੈਗ ਕਿਹਨੂੰ ਕਰਨਾ ਹੈ, ਉਹ ਕਿੱਥੇ ਤੱਕ ਭੇਜਣਾ, ਜੇ ਟਵੀਟ ਦਾ ਕਿਸੇ ਦਾ ਜਵਾਬ ਦੇਣਾ ਹੈ ਤੇ ਉਹ ਕਿੱਦਾਂ ਦੇਣਾ ਹੈ। ਨਹੀਂ ਤਾਂ ਇੱਦਾਂ ਥੋੜੀ ਸੋਚਦੇ ਹੁੰਦੇ ਸੀ। ਜੇ ਹੁਣ ਟੈਂਕ ਟਰੈਕਟਰ ਟਵੀਟ ਇਹਦਾ ਸੁਮੇਲ ਕਰਾਉਣ ਲੱਗ ਪਿਆ ਕਿਸਾਨਾਂ ਦੇ ਆਗੂ, ਫਿਰ ਕਹਾਣੀ ਕਿਤੇ ਹੋਰ ਜਾਂਦੀ ਲੱਗਦੀ। ਨਹੀਂ ਬਿਲਕੁਲ ਜਾਂਦੀ ਲੱਗਦੀ। ਇੱਥੇ ਮੈਂ ਇੱਕ ਚੀਜ਼ ਐਡ ਕਰਾਂ, ਕੱਲ ਮੈਂ ਕੁਦਰਤੀ ਸਰਚ ਕਰ ਰਿਹਾ ਸੀ ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਮੇਰਾ ਟਵਿੱਟਰ ਤੇ ਅਕਾਊਂਟ ਹੈਗਾ ਤੁਹਾਡਾ। ਹਾਂਜੀ, ਬਕਾਇਦਾ ਫੋਟੋ ਲੱਗੀ ਉੱਤੇ। ਫਿਰ ਮੈਂ ਆਖਿਆ ਵੀ ਇਹ ਭਾਈ ਸਾਹਿਬ ਪਤਾ ਨਹੀਂ ਕਿਹੜਾ ਬਣਾ ਗਈ। ਮਤਲਬ ਇਹੋ ਜਿਹਾ ਕੰਮ ਹੀ ਹੁੰਦਾ। ਤੁਸੀਂ ਵੀ ਚੈੱਕ ਕਰਿਓ, ਹੋ ਸਕਦਾ ਤੁਹਾਡਾ ਵੀ ਹੋਵੇ। ਮੈਨੂੰ ਅਜੇ ਕੱਲ੍ਹ ਹੀ ਪਤਾ ਲੱਗਾ। ਮੈਂ ਤਾਂ ਆਪਣਾ ਆਪ ਬਣਾਇਆ, ਪਰ ਕਿਸੇ ਨੇ ਵੀ ਤੁਹਾਡਾ ਕਿਸ ਨੇ ਬਣਾਤਾ ਪਤਾ ਹੀ ਨਹੀਂ ਜੀ। ਵੱਡੇ ਲੀਡਰਾਂ ਦੇ ਬਣਾ ਦਿੰਦੇ ਹੁੰਦੇ ਆ। ਨਹੀਂ ਮੈਂ ਤਾਂ ਤੁਸੀਂ ਦੇਖੋ ਨਾ, ਇੱਕ ਵਾਰੀ ਬੀਬੀ ਪ੍ਰਨੀਤ ਕੌਰ ਦੇ ਖਾਤੇ 'ਚੋਂ ਪੈਸੇ ਕਢਾ ਲਏ, ਉਹ ਪਰਲੇ ਸੂਬੇ ਉਹ ਵੱਡੇ ਬੰਦੇ, ਉਹ ਵੀ ਵੱਡੇ ਹੋ, ਤੁਸੀਂ ਵੀ ਵੱਡੇ। ਨਹੀਂ ਮੈਂ ਤਾਂ ਕਹਿੰਦਾ ਵੀ ਕੋਈ ਖਾਤਾ ਕਿਸੇ ਨੇ ਬਣਾਤਾ, ਉਹ 'ਚ ਕੁਝ ਪਾ ਜਾਵੇ, ਕਢਾਉਣ ਵਾਲੀ ਗੱਲ ਨਹੀਂ ਹੈ ਤਾਂ ਪਤਾ ਨਹੀਂ। ਹੁਣ ਮੈਂ ਉਹਨੂੰ ਬਹੁਤਾ ਵੇਖਿਆ ਨਹੀਂ। ਫੋਲੋਇੰਗ ਵੀ ਕਿੰਨੇ ਬੰਦਿਆਂ ਨੂੰ ਕਰ ਮਾਰੀ ਹੈ। ਕੁਝ ਬੰਦੇ ਵਿਚਾਰੇ ਫੋਲੋ ਵੀ ਕਰੀ ਜਾਂਦੇ, ਲੱਗਦੇ ਨੇ ਵੀ ਸ਼ਾਇਦ ਉਹਦਾ ਅਕਾਊਂਟ ਆ। ਮੈਂ ਦੱਸਦਾ ਵੀ ਟਵਿੱਟਰ ਤੇ ਮੇਰਾ ਕੋਈ ਅਕਾਊਂਟ ਨਹੀਂ ਹੈਗਾ ਜੀ। ਜੇ ਤੁਹਾਨੂੰ ਟਵਿੱਟਰ ਤੇ ਕਿਤੇ ਤੁਸੀਂ ਗੁਰਪ੍ਰੀਤ ਸੰਧਾਵਾਲੀਆ ਦੇਖੋ ਤੇ ਉਹ ਮੇਰਾ ਅਕਾਊਂਟ ਨਹੀਂ ਹੈਗਾ ਜੀ। ਇਹ ਮਤਲਬ ਕਲੀਅਰ ਕਰ ਦਿਆਂ। ਉਹ ਮੇਰੀ ਗੱਲ ਸੁਣੋ, ਕੋਈ ਪੰਗਾ ਨਾ ਪਾ ਲਿਓ। ਟਵਿੱਟਰ ਦਾ MD ਅਗਲਿਆਂ ਨੇ ਥਾਣੇ ਸੱਦਿਆ,
ਭਲਕ ਨੂੰ ਹੋ ਸਕਦਾ ਤੁਹਾਡੇ ਵਾਲੇ ਅਕਾਊਂਟ ਤੋਂ ਕੋਈ ਟਵੀਟ ਇਦਾਂ ਦਾ ਇੱਧਰ ਉੱਧਰ ਕਰ ਰਹੇ ਹੋ ਤਾਂ ਗੁਰਪ੍ਰੀਤ ਸੰਧਾਲੀਆ ਸਾਹਿਬ ਉਹਦੇ ਥਾਣੇ ਦੇ ਮਰ ਕਹਿੰਦੇ ਦੱਸੋ ਜੀ ਬੁਲਾਇਆ ਸੀ। ਨਹੀਂ ਮੈਂ ਫਿਰ ਮੰਗ ਕਰਦੇ ਨੇ ਨਾਰਕੋ ਟੈਸਟ ਕਰਾਓ ਬੰਦੇ ਦਾ। ਨਹੀਂ ਮੈਂ ਤੇ ਉਹੀ ਕਹਿ ਰਿਹਾ ਵੀ ਇਹ ਕਿਸੇ ਨਾਲ ਵੀ ਹੋ ਸਕਦੀ ਹੈ ਗੱਲ। ਅੱਗੇ ਆਪਾਂ ਇੱਕ ਦੋ ਵਾਰ ਉਹ ਵੀ ਦੇਖਿਆ ਕਿ ਆਪਣੇ ਵੀ ਕਈ ਟੀਮ ਮੈਂਬਰਸ ਦੇ ਜਿਹੜੇ ਇਦਾਂ ਦੇ ਜਾਲੀ ਖਾਤੇ ਬਣਾ ਲੈਂਦੇ ਨੇ। ਸੋ ਇਹ ਜਿਹੜਾ ਕੰਮ ਹੈ ਜੀ, ਇਹ ਤੁਸੀਂ ਨੋਟ ਕਰਿਓ। ਇਹ ਜੇ ਆਪਣੇ ਨਾਲ ਹੋ ਸਕਦਾ, ਕਿਸੇ ਦਾ ਵੀ ਕੋਈ ਬਣਾ ਹੀ ਸਕਦਾ। ਕੁਝ ਵੀ ਸੰਭਵ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤਾਂ ਮੈਂ ਨਾਲ ਦੀ ਨਾਲ ਇੱਕ ਗੱਲ ਹੋਰ ਦੱਸਦੇ ਆ ਜਾਂਦੇ ਖੱਟਰ ਸਾਹਿਬ ਦੀ ਗੱਲ ਤਾਂ ਆਜੋ ਨਹੀਂ ਕਰਨੀ। ਖੱਟਰ ਕਰੋ ਕਿਉਂ ਨਹੀਂ ਕਰਨੀ ਯਾਰ, ਮੈਨੂੰ ਸਮਝ ਨਹੀਂ ਆਈ ਵੀ ਉਹ ਬੰਦੇ ਨਾਲ ਮੁਲਾਕਾਤ ਹੋਈ ਕਿਸਾਨਾਂ ਦੀ, ਹੁਣ ਸੱਦ ਲਿਆ ਵੀ ਭਲਿਆ ਲੋਕਾਂ ਜਦੋਂ ਮਿਲਣ ਆ ਗਏ ਉਦੋਂ ਕੋਈ ਚੰਗੀ ਗੱਲ ਕਰ ਲਾ। ਕਹਿੰਦੇ ਨਾ 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 ਨਾ, ਤੁਸੀਂ ਅੰਦੋਲਨ ਦੀ ਗੱਲ ਨਾ ਕਰੋ, ਤੁਸੀਂ ਖੇਤੀ ਕਾਨੂੰਨਾਂ ਨੂੰ ਸਮਝਣ ਦੀ ਕੋਸ਼ਿਸ਼ ਹੋ, ਉਹਦੇ ਵਿੱਚ ਬਹੁਤ ਕੁਝ ਹੈ, ਤੁਹਾਡਾ ਬਹੁਤ ਜ਼ਿਆਦਾ ਫਾਇਦਾ। ਮੈਨੂੰ ਸਮਝ ਨਹੀਂ ਆਈ ਵੀ ਯਾਰ ਜੇ ਅਜੇ ਤੱਕ ਕੋਈ ਬੰਦਾ ਇਦਾਂ ਦੇ ਬਿਆਨ ਹੀ ਦੇਈ ਜਾਂਦਾ ਤੇ ਫਿਰ ਨਹੀਂ। ਫਿਰ ਦੇਖੋ ਆ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਮੰਤਰੀ ਹਰਿਆਣੇ ਦੇ ਨੇ ਸਮਾਗਮ ਕਰਨਾ ਸੀ, ਫਿਰ ਕਿਸਾਨਾਂ ਨੇ ਸਮਾਗਮ ਨਹੀਂ ਕਰਨ ਦਿੱਤਾ। ਹੁਣ 300 ਕਿਸਾਨਾਂ ਦੇ ਉੱਤੇ ਪਰਚਾ ਹੋ ਗਿਆ। ਹਰਿਆਣੇ 'ਚ ਵੈਸੇ ਕੰਮ ਹੀ ਹੋ ਗਿਆ ਸਿੱਧਾ, ਸਮਾਗਮ ਰੱਖੋ, ਕਿਸਾਨ ਵਿਰੋਧ ਕਰਨਗੇ, ਪਰਚਾ ਕਰ ਦਿਓ, ਥਾਣਾ ਘੇਰ ਲੈਣਗੇ, ਪਰਚਾ ਵਾਪਸ ਹੋ ਜਾਊਗਾ। ਜਾਣੀ ਬੜੀ ਵਧੀਆ ਪ੍ਰਕਿਰਿਆ ਚੱਲ ਪਈ ਇੱਕ ਇਧਰਲੇ ਪਾਸੇ ਨੂੰ। ਹੁਣ ਕਿਸਾਨ ਲੜਦੇ ਝਗੜਦੇ ਨਹੀਂ, ਪੁਲਿਸ ਵਾਲੇ ਜੇ ਧੂਣ ਆਉਂਦੇ ਆ ਤਾਂ ਇੱਕ ਜਿਹਨੂੰ ਧੂੰਦੇ ਆ 4 ਕਿਸਾਨਾਂ ਨੂੰ ਜੱਫੀ ਪਾ ਲੈਂਦੇ ਆ ਕਿ ਧੂ ਕੇ ਦਿਖਾ ਲਓ। ਫਿਰ ਪੁਲਿਸ ਵਾਲੇ ਕਹਿੰਦੇ ਯਾਰ ਸਾਡੀ ਵੀ ਜਾਨ ਛੜਾਓ, 4 ਬੰਦੇ ਆ ਜਾਓ ਅੰਦਰ, ਹੈ ਨਾ। ਵੀ ਕੱਲ ਨੂੰ ਕੋਈ ਸਾਨੂੰ ਕਹਿਣਗੇ, ਉੱਪਰਲੇ ਅਫਸਰ ਕਹਿਣਗੇ, ਅਫਸਰਾਂ ਨੂੰ ਉੱਪਰ ਮੰਤਰੀ ਕਹਿਣਗੇ। ਪਰ ਕੁੱਲ ਮਿਲਾ ਕੇ ਸੰਧਾਲੀਆ ਸਾਹਿਬ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਸੁਖਾਵੇਂ ਨਹੀਂ ਹੈਗੇ, ਬਹੁਤ ਜ਼ਿਆਦਾ ਸਿਆਣਪ ਭਰਪੂਰ ਨਹੀਂ। ਪਰ ਅਸੀਂ ਇੱਕ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜੰਮੂ ਕਸ਼ਮੀਰ ਦੀ ਜਿਹੜੀ ਸਿਆਸੀ ਲੀਡਰਸ਼ਿਪ ਹੈ ਉਹਨਾਂ ਦੀ ਮੀਟਿੰਗ ਸੱਦੀ ਹੈ। ਫਾਰੂਕ ਅਬਦੁੱਲਾ, ਬੀਬੀ ਮੁਫਤੀ ਮੁਹੰਮਦ, ਜਿਹੜੇ ਮਹਿਬੂਬਾ ਮੁਫਤੀ ਨੇ, ਉਹ ਸਾਰੇ ਹੀ ਜਾਣਗੇ, ਬਾਕੀ ਸਿਆਸੀ ਪਾਰਟੀਆਂ ਦੇ ਬੰਦੇ ਵੀ ਜਾਣਗੇ। ਬਹੁਤ ਮਾੜਾ ਦੌਰ ਕਸ਼ਮੀਰ ਨੇ ਦੇਖਿਆ ਪਿਛਲੇ ਸਮੇਂ 'ਚ। ਇੰਟਰਨੈਟ ਦੀਆਂ ਪਾਬੰਦੀਆਂ, ਲੋਕ ਘਰਾਂ ਦੇ ਵਿੱਚ ਬੰਦ ਰਹੇ ਜਦੋਂ ਸੂਬਾ ਤੋੜ ਕੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਬੰਦ ਕੀਤਾ ਗਿਆ ਸੀ। ਹੁਣ ਉਮੀਦ ਹੈ ਕਿ ਸ਼ਾਇਦ ਉਸ ਲੰਬੇ ਦੌਰ ਤੋਂ ਬਾਅਦ ਪਹਿਲੀ ਮੀਟਿੰਗ ਜਿਹੜੀ ਕੇਂਦਰ ਸਰਕਾਰ ਉੱਥੋਂ ਦੀਆਂ ਸਿਆਸੀ ਪਾਰਟੀਆਂ ਨਾਲ ਕਰ ਰਹੀ ਹੈ, ਹੋ ਸਕਦਾ ਹੈ ਕਿ ਉੱਥੇ ਅੱਧੇ ਪੌਣੇ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਇੱਕ ਹਿੱਸੇ 'ਚ ਇਲੈਕਸ਼ਨ ਅਨਾਉਂਸ ਹੋ ਜਾਏ। ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਦੇ ਅਧਿਕਾਰ ਬਹਾਲ ਰਹਿਣ, ਲੋਕਤੰਤਰੀ ਪ੍ਰਕਿਰਿਆ ਬਹਾਲ ਹੋਵੇ, ਸਮਾਂ ਮਾੜੇ ਤੋਂ ਚੰਗੇ ਵੱਲ ਵਧੇ। ਨਹੀਂ, ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਉੱਥੇ ਜਾਵਾਂਗੇ, ਪਰ ਮੈਨੂੰ ਆਸ ਨਹੀਂ ਹੈਗੀ ਕਿ ਪਹਿਲੀ ਮੀਟਿੰਗ 'ਚ ਕੁਝ ਨਾ ਕੁਝ ਨਿਕਲੇ। ਕਿਉਂਕਿ ਹੁਣ ਜੇ ਇੰਨੇ ਟਾਈਮ ਤੋਂ ਉਹ ਕਹਿਣ ਡੇ ਸੀ ਵੀ ਅਸੀਂ ਸਾਰੇ ਕੁਝ ਦਾ ਵਿਰੋਧ ਕਰਦੇ ਹਾਂ ਤੇ ਉੱਥੇ ਜਾਂਦੇ ਆ ਕੋ ਅੰਦਰ ਖਾਤੇ ਸਮਝੌਤਾ ਕਰਕੇ ਵਾਪਸ ਜੰਮੂ ਕਸ਼ਮੀਰ ਕਿੱਦਾਂ ਮੁੜਨਾ ਅਗਲਿਆਂ ਨੇ। ਨਹੀਂ, ਮੁਸ਼ਕਲ ਹੋ ਜੂਗੀ, ਬਹੁਤ ਜ਼ਿਆਦਾ ਮੁਸ਼ਕਲ ਹੋ ਜੂਗੀ। ਮੈਨੂੰ ਲੱਗਦਾ ਕਿ ਜਿਹੜੀ ਜੰਮੂ ਕਸ਼ਮੀਰ ਦੀ ਲੀਡਰਸ਼ਿਪ ਅੱਗੇ ਦਿੱਲੀ 'ਚ ਆ ਕੇ ਬੋਲੀ ਹੋਰ ਬੋਲਦੀ ਹੁੰਦੀ ਸੀ ਤੇ ਇਧਰਲੇ ਪਾਸੇ ਅੱਜ ਜਿੱਦਾਂ ਹੀ ਟੱਪਦੀ ਹੁੰਦੀ ਸੀ ਜੰਮੂ ਕਸ਼ਮੀਰ ਤੇ ਪੰਜਾਬ ਵਾਲੀ ਹੱਦ, ਕਠੂਏ ਵਾਲਾ ਮਸਲਾ, ਨਾਲ ਹੀ ਉਹਨਾਂ ਦੇ ਬਿਆਨ ਬਦਲ ਜਾਂਦੇ ਹੁੰਦੇ ਸੀ। ਉਹ ਬਿਆਨ ਐਤਕੀ ਬਦਲਣ ਨਾ, ਕਿਉਂਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਮਾੜਾ ਸਮਾਂ ਦੇਖਿਆ ਤੇ ਹੁਣ ਫਿਰ ਮਾੜਾ ਸਮਾਂ ਲੀਡਰਾਂ ਦਾ ਨਾ ਹੋਵੇ। ਹਾਂ, ਮਤਲਬ ਕਲੀਅਰ ਹੋਵੇ ਵੀ ਲੋਕਾਂ ਨੂੰ ਪਤਾ ਵੀ ਸਾਨੂੰ ਲੀਡ ਕੌਣ ਕਰਦਾ ਤੇ ਇੱਥੇ ਕੀ ਕਹਿੰਦਾ, ਉੱਥੇ ਜਾ ਕੇ ਕਹਿੰਦਾ, ਜਾਂ ਉੱਥੇ ਕੀ ਕਹਿ ਗਿਆ ਤੇ ਇੱਥੇ ਕੀ ਕਹਿੰਦਾ। ਇਹ ਗੱਲ ਕੱਲ ਨੂੰ ਕਲੀਅਰ ਹੋ ਜਾਣੀ। ਚੱਲੀਏ ਆਪਾਂ ਹੁਣ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।